ਇਹ ਜਿਹੜੀ ਕਾਲਜਾਂ ਦੀ ਗਿਣਤੀ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਕਿੰਨੀ ਕੁ ਮਤਲਬ ਸੁਹਿਰਦ ਹੈ ਆਮ ਵਰਗ ਵਾਸਤੇ ਕਿ ਉਹਨਾਂ ਨੂੰ ਜਿਹੜੀ ਉਚੇਰੀ ਸਿੱਖਿਆ ਵੈ ਮਿਲ ਸਕੇ। ਆਪਣੇ ਜਿਹੜੇ ਕਾਲਜ ਨੇ ਉਹਨਾਂ ਵਿੱਚ ਇੱਕ ਕਾਫੀ ਰੋਲਾ ਪੈਂਦਾ ਵਾ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅਸਾਮੀਆਂ ਖਾਲੀ ਨੇ। ਦੇਖੋ ਜੀ, ਜੇਕਰ ਅਸੀਂ ਪਿੱਛੇ ਜਾ ਕੇ ਦੇਖੀਏ ਥੋੜਾ ਜਿਹਾ ਮਤਲਬ 2009 ਤੋਂ ਪਹਿਲਾਂ ਸਰਕਾਰੀ ਕਾਲਜਾਂ ਵਿੱਚ ਜੋ ਸੈਕਸ਼ਨ ਪੋਸਟਾਂ ਸੀ ਉਹ 2450 ਸੀ ਜੀ। 2009 ਤੋਂ ਬਾਅਦ ਨੈਸ਼ਨਲਾਈਜੇਸ਼ਨ ਕਰਕੇ ਪੋਸਟ 1873 ਰਹਿ ਗਈ ਜੀ। ਜੇਕਰ ਅਸੀਂ ਵੱਖ-ਵੱਖ ਕਾਲਜਾਂ ਦੀ ਗੱਲ ਕਰ ਲਈਏ, ਪੰਜਾਬ ਦੇ 5-7 ਕਾਲਜ ਮੇਰੇ ਨੇ ਜਿੱਥੇ ਅੱਜ ਕਈ ਪ੍ਰੋਫੈਸਰ ਨਹੀਂ ਹੈਗਾ। ਇਹ ਜਿਹੜੀਆਂ ਇੰਨੇ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ ਉਹਦਾ ਕਾਰਨ ਕੀ ਹੈ? ਦੇਖੋ, ਸਰਕਾਰ ਦੀ ਜੋ ਨੀਤੀ ਹੈ ਉਹ ਸਿੱਖਿਆ ਨੂੰ ਵਪਾਰੀਕਰਨ ਕਰਨ ਲੱਗੀ ਹੈ। ਜੇਕਰ ਅਸੀਂ ਸਾਡੇ ਸਿੱਖ ਇਤਿਹਾਸ ਵਿੱਚ ਜਾ ਕੇ ਦੇਖੀਏ, ਗੁਰੂ ਕਹਿੰਦੇ ਨੇ ਵਿਦਿਆ ਦਾ ਵਿਚਾਰੀ ਪਰ ਉਪਕਾਰੀ, ਪਰ ਇਹਨਾਂ ਨੇ ਉਹਨਾਂ ਦੇ ਵੇਚਣ ਦੀ ਚੀਜ਼ ਬਣਾ ਲਈ। ਜਦੋਂ ਪੈਸਾ ਖਰੀਦ ਲੂ ਆ ਕੇ, ਜਦੋਂ ਨਹੀਂ ਪੈਸਾ ਉਹ ਨਹੀਂ ਪੜ੍ਹ ਸਕਦਾ ਹੈਗਾ। ਆਪਾਂ ਖਾਸ ਕਰਕੇ ਗੱਲ ਕਰ ਲਈਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ, ਉਹਨਾਂ ਨੇ ਆਪਣੇ ਨੇਬਰਹੁੱਡ ਕੈਂਪਸ ਖੋਲ੍ਹੇ ਸੀ। ਤਾਂ ਉੱਥੇ ਜਿਹੜੀ ਐਜੂਕੇਸ਼ਨ ਹੈ ਉਹ ਪ੍ਰਾਈਵੇਟ ਕਾਲਜਾਂ ਦੇ ਨਾਲੋਂ ਉਹ ਸਸਤੀ ਦੇਣ ਦਾ ਦਾਅਵਾ ਕਰਦੇ ਪਏ ਨੇ। ਉਹਨਾਂ ਕਾਲਜਾਂ ਦੀ ਕੀ ਪੋਜੀਸ਼ਨ ਹੈਗੀ ਹੈ? ਲਗਭਗ 90% ਜੋ ਪ੍ਰੋਫੈਸਰ ਨੇ ਉਹ ਕੰਟਰੈਕਟ ਦੇ ਨੇ ਜਾਂ ਗੈਸਟ ਫੈਕਲਟੀ ਦੇ ਨੇ, 10% ਹੀ ਰੈਗੂਲਰ ਨੇ ਜੀ। ਇਹਨਾਂ ਕਾਲਜਾਂ ਦਾ ਇਹ ਹਾਲ ਹੈ। ਇਸ ਵਾਰ ਤਾਂ ਕੋਈ ਵੀ ਇਹਨਾਂ ਨੇ 2 ਸਾਲਾਂ ਤੋਂ ਲਗਭਗ ਕੋਈ ਸਿਲੈਬ ਭਰਤੀ ਨਹੀਂ ਕੱਢੀ ਹੈਗੀ ਇਹਨਾਂ ਵਿੱਚ। ਅੰਮ੍ਰਿਤਸਰ ਦੇ ਵਿੱਚ ਇੱਕ ਵੀ ਜਿਹੜਾ ਸਰਕਾਰੀ ਕਾਲਜ ਨਹੀਂ ਹੈਗਾ ਜਿੱਥੇ ਲੜਕੇ ਆਪਣੀ ਜਿਹੜੀ ਹੈ ਮਤਲਬ ਵਿੱਦਿਆ ਪ੍ਰਾਪਤੀ ਕਰ ਸਕਣ। ਲੜਕੀਆਂ ਦਾ ਤਾਂ ਹੈਗਾ ਪਰ ਜਿਹੜਾ ਲੜਕਿਆਂ ਦਾ ਸਰਕਾਰੀ ਕਾਲਜ ਨਹੀਂ ਹੈ। ਕੈਪਟਨ ਸਰਕਾਰ ਨੇ ਪਿੱਛੇ ਜਿਹੇ ਵਾਅਦਾ ਵੀ ਕੀਤਾ ਸੀ ਆ ਕੇ ਸੋਨ ਮੈਨੀਫੈਸਟੋ ਵਿੱਚ ਵੀ 50 ਨਵੇਂ ਪੰਜਾਬ ਦੇ ਸਰਕਾਰੀ ਕਾਲਜ ਖੋਲਾਂਗੇ। 50 ਤੋਂ ਮੁੱਕ ਕੇ 16 ਤੇ ਆ ਗਏ। ਸਰਕਾਰੀ ਯੂਨੀਵਰਸਿਟੀਆਂ ਦੀ ਗੱਲ ਕਰੀਏ, ਭਾਵੇਂ ਜਿਹੜੀਆਂ ਸਟੇਟ ਦੀਆਂ ਯੂਨੀਵਰਸਿਟੀਆਂ ਨੇ, ਗੁਰੂ ਨਾਨਕ ਯੂਨੀਵਰਸਿਟੀ ਦੀ ਗੱਲ ਕਰ ਲਈਏ, ਪੰਜਾਬੀ ਦੀ ਕਰ ਲਈਏ, ਇੱਥੇ ਜਿਹੜੀ ਅਸਾਮੀਆਂ ਨੇ ਇੱਥੇ ਕਿਵੇਂ ਦੀ ਮਤਲਬ ਦੁਰਦਸ਼ਾ ਹੈ? ਇੱਥੋਂ ਦੇ ਕਾਲਜ ਤੋਂ ਮਤਲਬ ਵੱਖ-ਵੱਖ ਹਾਲਾਤ ਨਹੀਂ ਹੈਗੇ। ਜੋ ਲੰਬਾ ਟਾਈਮ ਉਹ ਦੇਖਦੇ ਲਗਾਤਾਰ ਪੋਸਟਾਂ ਖਾਲੀ ਹੁੰਦੀ ਜਾ ਰਹੀਆਂ ਨੇ, ਨਵੀਂ ਕੋਈ ਭਰਤੀ ਨਹੀਂ ਹੋ ਰਹੀ ਹੈਗੀ। ਹੁਣ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਅਸੀਂ, ਜੇਕਰ ਅਸੀਂ ਗੱਲ ਕਰਨੀ ਹੋ ਪੋਲੀਟੀਕਲ ਸਾਇੰਸ ਦੀ, ਉਦੋਂ 7 ਰੈਗੂਲਰ ਪ੍ਰੋਫੈਸਰ ਸੀ, ਅੱਜ ਉੱਥੇ 1 ਰਹੇ। ਆਪਾਂ ਜੇ ਦੇਖਦੇ ਹਾਂ ਪੰਜਾਬ ਸਰਕਾਰ ਪੰਜਾਬੀ ਦੀ ਵੱਡੀ ਦਾਅਵਾ ਠੋਕਦੀ ਹੈ ਵੀ ਠੇਕੇਦਾਰ ਪੰਜਾਬੀ ਦੇ ਸੀ, ਪਰ ਸਰਕਾਰੀ ਕਾਲਜਾਂ ਦੇ ਵਿੱਚ ਲਗਭਗ 250 ਤੋਂ ਉੱਤੇ ਪੰਜਾਬੀ ਪ੍ਰੋਫੈਸਰਾਂ ਦੀ ਪੋਸਟਾਂ ਸੈਂਕਸ਼ਨ ਨੇ, ਪਰ ਸਿਰਫ ਪ੍ਰੋਫੈਸਰ ਦੇ ਕੰਮ ਕਰ ਰਹੇ 18। ਸਰਕਾਰ ਦੇ ਉੱਪਰ ਕਿੰਨਾ ਕੁ ਯਕੀਨ ਕਰਦੇ ਹੋ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਕੁਝ? ਕੋਈ ਆਸ ਹੈਗੀ ਹੈ ਸਰਕਾਰ ਦੇ ਉੱਪਰ ਜੋ ਮੌਜੂਦਾ ਸਰਕਾਰ ਦਾ ਰਵੱਈਆ ਹੈ? ਸਰਕਾਰ ਕਹਿੰਦੀ ਸਰਕਾਰੀ ਸਰਕਾਰ ਹੈ, ਬਾਕੀ ਸਰਕਾਰ ਪੱਲੇ ਕੁਝ ਸਰਕਾਰੀ ਨਹੀਂ ਹੈਗਾ। ਸਭ ਕੁਝ ਪ੍ਰਾਈਵੇਟ ਹੈ। ਰੋਡ ਆ ਗਏ ਪੰਜਾਬ ਦੇ, ਕਾਲਜ ਆ ਗਏ, ਹਸਪਤਾਲ ਆ ਗਏ, ਸਕੂਲ ਆ ਗਏ, ਤੁਸੀਂ ਕੋਈ ਵੀ ਚੀਜ਼ ਦੇਖ ਲਓ ਸਰਕਾਰੀ ਬਿਲਕੁਲ ਸਭ ਪ੍ਰਾਈਵੇਟ ਨੇ। ਤੇ ਸਰਕਾਰੀ ਸਿਰਫ ਸਰਕਾਰ ਰਹੇਗੀ, ਇਹ ਸਭ ਕੁਝ ਭੋਗ ਹੀ ਪਾਤਾ। ਦੋਸਤੋ, ਮੈਂ ਸੰਦੀਪ ਸਿੰਘ ਅੱਜ ਤੁਹਾਡੇ ਸਾਹਮਣੇ ਇੱਕ ਅਜਿਹਾ ਮੁੱਦਾ ਲੈ ਕੇ ਆਇਆ ਵਾਂ। ਅਜਿਹੇ ਮੁੱਦੇ ਦੇ ਉੱਪਰ ਗੱਲ ਕਰਨ ਦੀ ਅੱਜ ਕੋਸ਼ਿਸ਼ ਕਰਾਂਗਾ ਜਿਸ ਮੁੱਦੇ ਦਾ ਸੰਬੰਧ, ਜਿਸ ਵਿਸ਼ੇ ਦਾ ਸੰਬੰਧ ਸਾਡੇ ਸਾਰਿਆਂ ਦੇ ਨਾਲ ਹੈ। ਤੇ ਮੈਂ ਚਾਹਾਂਗਾ ਕਿ ਉਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਜਿਹੜੀ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਇਤਿਹਾਸਿਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਦੋਸਤੋ, ਘਟਨਾ ਅਜਿਹੀ ਹੈ ਕਿ ਸਿਕੰਦਰ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਸਿਕੰਦਰ ਦਾ ਜਿਹੜਾ ਉਸਤਾਦ ਸੀ, ਜਿਹੜਾ ਉਹਦਾ ਅਧਿਆਪਕ ਸੀ, ਉਹ ਸੀ ਅਰਿਸਟੋਟਲ, ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਅਰਸਤੂ ਵੀ ਕਹਿ ਦਿੰਦੇ ਹਾਂ। ਤਾਂ ਇੱਕ ਸਮਾਂ ਅਜਿਹਾ ਆਉਂਦਾ ਹੈ ਕਿ ਜਦੋਂ ਹਾਲਾਤ ਐਵੇਂ ਦੇ ਹੋ ਜਾਂਦੇ ਨੇ ਕਿ ਅਰਸਤੂ ਦੇ ਵਿੱਚੋਂ ਤੇ ਸਿਕੰਦਰ ਦੇ ਵਿੱਚੋਂ ਇੱਕ ਦਾ ਬਚ ਪਾਉਣਾ ਹੀ ਜਿਹੜਾ ਸੰਭਵ ਹੁੰਦਾ ਹੈ। ਤਾਂ ਉਸ ਵੇਲੇ ਜਿਹੜਾ ਅਰਸਤੂ ਹੈ ਉਹ ਸਿਕੰਦਰ ਨੂੰ ਕਹਿੰਦਾ ਵਾ ਕਿ ਬਾਦਸ਼ਾਹ ਤੁਹਾਡਾ ਬਚਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੁਸੀਂ ਪੂਰੇ ਵਿਸ਼ਵ ਨੂੰ ਜਿੱਤਣਾ ਹੈ। ਪਰ ਉਸ ਵੇਲੇ ਜਿਹੜਾ ਸਿਕੰਦਰ ਹੈ ਉਹ ਬਹੁਤ ਵਧੀਆ ਜਵਾਬ ਦਿੰਦਾ ਵਾ। ਆਪਣੇ ਜਿਹੜਾ ਅਧਿਆਪਕ ਹੈ, ਆਪਣਾ ਗੁਰੂ ਹੈ ਅਰਸਤੂ ਨੂੰ ਇਹ ਗੱਲ ਕਹਿੰਦਾ ਹੈ ਕਿ ਨਹੀਂ ਗੁਰੂ ਜੀ, ਤੁਹਾਡਾ ਬਚਣਾ ਜਿਹੜਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੁਸੀਂ ਅਧਿਆਪਕ ਹੋ, ਤੁਸੀਂ ਪਤਾ ਨਹੀਂ ਕਿੰਨੇ ਸਿਕੰਦਰ ਪੈਦਾ ਕਰ ਸਕਦੇ ਹੋ, ਪਰ ਮੈਂ ਜਿਹੜਾ ਬਾਦਸ਼ਾਹ ਵਾਂ ਮੈਂ ਇੱਕ ਵੀ ਅਧਿਆਪਕ ਨੂੰ ਪੈਦਾ ਨਹੀਂ ਕਰ ਸਕਦਾ। ਤਾਂ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਸਿਕੰਦਰ ਦੇ ਸਮੇਂ ਜਾਂ ਸਿਕੰਦਰ ਅਧਿਆਪਕ ਵਰਗ ਦਾ ਕਿੰਨਾ ਸਨਮਾਨ ਕਰਦਾ ਸੀ, ਸਾਨੂੰ ਇਸ ਘਟਨਾ ਤੋਂ ਪਤਾ ਲੱਗ ਜਾਂਦਾ ਵੈ। ਤਾਂ ਪਰ ਜਦੋਂ ਅਸੀਂ ਉਸ ਅਧਿਆਪਕ ਵਰਗ ਨੂੰ ਅੱਜ ਦੇ ਸੰਦਰਭ ਦੇ ਵਿੱਚ ਦੇਖਦੇ ਹਾਂ, ਅੱਜ ਦੀ ਮੌਜੂਦਾ ਸਥਿਤੀ ਦੇ ਵਿੱਚ ਦੇਖੀਏ ਜਾਂ ਤਸਵੀਰ ਹੈ ਜਿਹੜੀ ਬਹੁਤ ਬਦਲ ਚੁੱਕੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਅਧਿਆਪਕ ਵਰਗ ਹੈ ਉਹ ਭਾਵੇਂ ਪ੍ਰਾਇਮਰੀ ਸਕੂਲਾਂ ਦਾ ਹੋਵੇ
ਚਾਹੇ ਮਿਡਲ ਸਕੂਲਾਂ ਦਾ ਹੋਵੇ, ਚਾਹੇ ਹਾਈ ਸਕੂਲਾਂ ਦਾ ਹੋਵੇ, ਚਾਹੇ ਇਸ ਤੋਂ ਇਲਾਵਾ ਜਿਹੜੇ ਨੇ ਸਾਡੇ ਕਾਲਜਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੇ ਨਾਲ ਸੰਬੰਧਿਤ ਮਸਲਾ ਹੋਵੇ, ਸਾਰੇ ਹੀ ਮਤਲਬ ਸੜਕਾਂ ਦੇ ਉੱਪਰ ਨੇ, ਆਪਣੇ ਹੱਕਾਂ ਦੇ ਲਈ ਮਤਲਬ ਉਹ ਜਿਹੜੇ ਆ ਰੋਸ ਮੁਜ਼ਾਹਰੇ ਕਰਦੇ ਪਏ ਨੇ। ਤੇ ਪੁਲਿਸ ਹੈ, ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਉਹਨਾਂ ਦੇ ਉੱਪਰ ਜਿਹੜਾ ਤਸ਼ੱਦਦ ਹੈ ਲਗਾਤਾਰ ਕਰਦਾ ਆਪਾਂ ਨੂੰ ਨਜ਼ਰ ਆਉਂਦਾ ਹੈ। ਤਾਂ ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ, ਅੱਜ ਅਸੀਂ ਗੱਲ ਕਰਦੇ ਹਾਂ ਉਚੇਰੀ ਵਿੱਦਿਆ ਦੇ ਵਿੱਚ। ਉਚੇਰੀ ਵਿੱਦਿਆ ਭਾਵ ਕਿ ਜਦੋਂ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਮਤਲਬ ਜਿਹੜੀ ਆਪਣੀ BA ਦੀ, MA ਦੀ ਜਾਂ ਅੱਗੇ PhD MPhil ਦੀ ਪੜ੍ਹਾਈ ਅੱਗੇ ਜਦੋਂ ਜਾ ਕੇ ਕਰਦੇ ਹਾਂ, ਤਾਂ ਉੱਥੇ ਜਿਹੜਾ ਵਿਦਿਆਰਥੀਆਂ ਦਾ ਭਵਿੱਖ ਕੀ ਹੈ, ਉੱਥੇ ਜਿਹੜੇ ਖੁਜਾਰਥੀ ਨੇ ਉਹਨਾਂ ਦਾ ਭਵਿੱਖ ਕੀ ਹੈ, ਉਹਨਾਂ ਕਾਲਜਾਂ ਦੇ ਵਿੱਚ ਵਿੱਦਿਆ ਦਾ ਲੈਵਲ ਕੀ ਹੈ, ਉਹਨਾਂ ਕਾਲਜਾਂ ਦੇ ਵਿੱਚ, ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਮਤਲਬ ਜਿਹੜੇ ਆਉਣ ਵਾਲੇ ਸਾਡੇ ਵਿਦਿਆਰਥੀ ਨੇ, ਸਾਡੇ ਖੁਜਾਰਥੀ ਨੇ, ਸਾਡੇ ਜਿਹੜੇ ਜਿਨ੍ਹਾਂ ਨੇ ਕੱਲ੍ਹ ਨੂੰ ਅਧਿਆਪਕ ਬਣਨਾ ਵਾ, ਉਹਨਾਂ ਦਾ ਉੱਥੇ ਭਵਿੱਖ ਕੀ ਹੈ। ਤਾਂ ਇਸ ਸਾਰੇ ਦੇ ਲਈ ਅਸੀਂ ਅੱਜ ਜਿਨ੍ਹਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਸੱਦਿਆ ਵਾ, ਉਹ ਇੱਕ ਅਜਿਹੀ ਮਤਲਬ ਹਸਤੀ ਨੇ ਜਿਨ੍ਹਾਂ ਦਾ ਨਾਮ ਸਰਦਾਰ ਗੁਰਸੇਵਕ ਸਿੰਘ ਨੇ। ਤੇ ਗੁਰਸੇਵਕ ਸਿੰਘ ਨੇ ਜਿਹੜੇ ਸਰਕਾਰੀ ਕਾਲਜ ਬਚਾਓ ਜਿਹੜਾ ਮੰਚ ਹੈ ਉਹਦੇ ਪੰਜਾਬ ਦੇ ਇੱਕ ਨੁਮਾਇੰਦੇ ਨੇ। ਇਸ ਤੋਂ ਇਲਾਵਾ ਉਹ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਜਿਹੜੀ ਹੈ PhD ਦੀ ਡਿਗਰੀ ਵੀ ਕਰਦੇ ਪਏ ਨੇ। ਸਾਨੂੰ ਉਹ ਅਕਸਰ ਹੀ ਜਿਹੜੇ ਵਿਦਿਆਰਥੀ ਹਿੱਤਾਂ ਵਾਸਤੇ ਜਾਂ ਅਧਿਆਪਕ ਵਰਗ ਦੇ ਹਿੱਤਾਂ ਵਾਸਤੇ ਲੜਦੇ ਨਜ਼ਰ ਆਉਂਦੇ ਨੇ। ਹਰ ਜਗ੍ਹਾ ਦੇ ਉੱਪਰ ਉਹ ਸਰਗਰਮ ਅਸੀਂ ਉਹਨਾਂ ਨੂੰ ਦੇਖਦੇ ਹਾਂ। ਤਾਂ ਅੱਜ ਅਸੀਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਮੈਂ ਜੀ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਸਭ ਤੋਂ ਪਹਿਲਾਂ ਅਸੀਂ ਜਦੋਂ ਉਚੇਰੀ ਵਿੱਦਿਆ ਦੀ ਗੱਲ ਕਰਦੇ ਹਾਂ ਤਾਂ ਆਮ ਵਰਗ ਦੇ ਅਸੀਂ ਜਦੋਂ ਪੱਖ ਤੋਂ ਦੇਖੀਏ ਤਾਂ ਉਹਨਾਂ ਵਾਸਤੇ ਜਿਹੜਾ ਉਚੇਰੀ ਵਿੱਦਿਆ ਹਾਸਲ ਕਰਨ ਦਾ ਜਿਹੜਾ ਸਭ ਤੋਂ ਵੱਡਾ ਮਾਧਿਅਮ ਹੈਗਾ ਉਹ ਹੈਗੇ ਨੇ ਸਰਕਾਰੀ ਕਾਲਜ। ਤੇ ਮੈਂ ਤੇ ਮੇਰੇ ਜਿਹੜੇ ਸਰੋਤੇ ਨੇ, ਮੇਰੇ ਦਰਸ਼ਕ ਨੇ, ਉਹ ਤੁਹਾਡੇ ਕੋਲੋਂ ਜਾਣਨਾ ਚਾਹਣਗੇ ਕਿ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਕਾਲਜਾਂ ਦੀ ਕੁੱਲ ਗਿਣਤੀ ਕਿੰਨੀ ਹੈ? ਦੇਖੋ ਜੀ, ਪੰਜਾਬ ਦੇ ਵਿੱਚ ਮੌਜੂਦਾ ਸਮੇਂ ਸਰਕਾਰੀ ਕਾਲਜਾਂ ਦੀ ਗਿਣਤੀ 47 ਹੈ। ਕੋਈ ਸਮਾਂ ਜੀ ਪੰਜਾਬ ਵਿੱਚ ਕਾਲਜਾਂ ਦੀ ਗਿਣਤੀ 94 ਸੀ। ਇਹ ਘਟਦੀ ਲਗਾਤਾਰ ਆ ਰਹੀ ਹੈ ਜੀ, ਬੰਦ ਹੁੰਦੀ ਆ ਰਹੀ ਹੈ। ਜੇਕਰ ਅਸੀਂ ਪੰਜਾਬ ਨੂੰ ਆਪਣੇ ਸਾਡੇ ਗਵਾਂਢੀ ਸੂਬਿਆਂ ਨਾਲ ਕੰਪੇਅਰ ਕਰਕੇ ਦੇਖੀਏ, ਜੇਕਰ ਗੱਲ ਹਰਿਆਣੇ ਦੀ ਕਰੀਏ, ਉੱਥੇ ਆਬਾਦੀ ਹੈ, ਟੋਟਲ ਪਾਪੂਲੇਸ਼ਨ ਹੈ ਲੋਕਾਂ ਦੀ, ਉਹ 2 ਕਰੋੜ ਲਗਭਗ 50 ਲੱਖ ਹੈ। ਤੇ ਉੱਥੇ ਕਾਲਜਾਂ ਦੀ ਗਿਣਤੀ ਲਗਭਗ ਪੌਣੇ 200 ਹੈ ਜੀ। ਜੇਕਰ ਅਸੀਂ ਹਿਮਾਚਲ ਦੀ ਗੱਲ ਕਰਦੇ ਹਾਂ ਅਸੀਂ, ਉੱਥੇ ਆਬਾਦੀ ਲਗਭਗ 90 ਲੱਖ ਹੈ ਤੇ ਕਾਲਜਾਂ ਦੀ ਗਿਣਤੀ 75 ਹੈ ਜੀ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਨਹੀਂ ਹਿਮਾਚਲ ਦੀ ਗਿਣਤੀ 94 ਹੈ ਜੀ, ਤੇ ਪੰਜਾਬ ਦੀ ਜਿਹੜੀ ਗੱਲ ਕਰਦੇ ਹਾਂ ਅਸੀਂ ਤਾਂ ਇੱਥੇ ਆਬਾਦੀ ਲਗਭਗ 2 ਕਰੋੜ 80 ਲੱਖ ਹੈ ਜੀ। ਤੇ ਇੱਥੇ ਜੋ ਕਾਲਜਾਂ ਦੀ ਗਿਣਤੀ 47 ਹੈ ਜੀ। ਤੇ ਪੰਜਾਬ ਦੀ ਪਾਪੂਲੇਸ਼ਨ ਵੱਧ ਤੇ ਕਾਲਜਾਂ ਦੀ ਗਿਣਤੀ ਘੱਟ ਸਾਡੇ ਗੁਆਂਢੀ ਸੂਬਿਆਂ ਮੁਕਾਬਲੇ ਜੀ ਲਗਾਤਾਰ ਇਹ ਉੱਥੇ ਚੱਲਿਆ ਆ ਰਿਹਾ ਜੀ। ਮਤਲਬ ਇਹ ਜਿਹੜੀ ਕਾਲਜਾਂ ਦੀ ਗਿਣਤੀ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਕਿੰਨੀ ਕੁ ਮਤਲਬ ਸੁਹਿਰਦ ਹੈ ਆਮ ਵਰਗ ਵਾਸਤੇ ਕਿ ਉਹਨਾਂ ਨੂੰ ਜਿਹੜੀ ਉਚੇਰੀ ਸਿੱਖਿਆ ਵਾ ਮਿਲ ਸਕੇ, ਜਿਹੜੀ ਇੱਕ ਵਾਜਬ ਜਿਹੜੀ ਕੀਮਤ ਦੇ ਉੱਪਰ। ਤਾਂ ਮੈਂ ਇਹ ਵੀ ਗੱਲ ਜਾਣਨਾ ਚਾਹਾਂਗਾ ਕਿ ਆਪਣੇ ਜਿਹੜੇ ਕਾਲਜ ਨੇ ਉਹਨਾਂ ਵਿੱਚ ਇੱਕ ਕਾਫੀ ਰੌਲਾ ਪੈਂਦਾ ਵਾ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅਸਾਮੀਆਂ ਖਾਲੀ ਨੇ, ਤੇ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਕਿ ਕੁੱਲ ਅਸਾਮੀਆਂ ਕਿੰਨੀਆਂ ਨੇ ਤੇ ਉਹਨਾਂ ਦੇ ਵਿੱਚੋਂ ਕਿੰਨੀਆਂ ਖਾਲੀ ਨੇ। ਦੇਖੋ ਜੀ, ਜੇਕਰ ਅਸੀਂ ਪਿੱਛੇ ਜਾ ਕੇ ਦੇਖੀਏ ਥੋੜਾ ਜਿਹਾ, ਮਤਲਬ 2009 ਤੋਂ ਪਹਿਲਾਂ ਹਾਂਜੀ, ਸਰਕਾਰੀ ਕਾਲਜਾਂ ਵਿੱਚ ਜੋ ਸੈਂਕਸ਼ਨ ਪੋਸਟਾਂ ਸੀ ਉਹ 2450 ਸੀ ਜੀ। 2009 ਤੋਂ ਬਾਅਦ ਰੈਸ਼ਨਲਾਈਜੇਸ਼ਨ ਕਰਕੇ ਪੋਸਟ 1873 ਰਹਿ ਗਈ ਜੀ। 1873 ਵਿੱਚੋਂ 347 ਪੋਸਟਾਂ ਰੈਗੂਲਰ ਪ੍ਰੋਫੈਸਰਾਂ ਦੀਆਂ ਭਰੀਆਂ ਹੋਈਆਂ ਨੇ, ਬਾਕੀ ਟੋਟਲ ਖਾਲੀ ਪਈਆਂ ਨੇ ਜੀ। ਖਾਲੀ ਦੇ ਭਾਵ ਕੀ ਹੈ, ਕੁਝ ਕੰਟਰੈਕਟ ਬੇਸ ਤੇ ਨੇ ਪੋਸਟਾਂ ਦੇ, ਕੁਝ ਗੈਸਟ ਫੈਕਲਟੀ ਬੇਸ ਤੇ ਨੇ, ਤੇ ਕਈ ਪੋਸਟਾਂ ਦੇ ਇਵੇਂ ਜੋ ਟੀਚਰ ਕੋਈ ਹੈ ਹੀ ਨਹੀਂ ਗਿਆ। ਜੇਕਰ ਅਸੀਂ ਵੱਖ-ਵੱਖ ਕਾਲਜਾਂ ਦੀ ਗੱਲ ਕਰ ਲਈਏ, ਪੰਜਾਬ 'ਚ 5-7 ਕਾਲਜ ਇਵੇਂ ਦੇ ਨੇ ਜਿੱਥੇ ਅੱਜ ਇੱਕ ਹੀ ਪ੍ਰੋਫੈਸਰ ਨਹੀਂ ਹੈਗਾ। ਉਹਨਾਂ ਵਿੱਚੋਂ ਕਿਰਤੀ ਕਾਲਜ ਦੇ ਨਿਆਲ ਪਾਤੜਾਂ ਹੈ, ਉੱਥੋਂ ਦੀ ਹੈ, ਉੱਥੇ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ ਹੈਗਾ, ਤੇ ਨਾ ਕੋਈ ਉੱਥੇ ਇੰਗਲਿਸ਼ ਦਾ ਪ੍ਰੋਫੈਸਰ ਹੈਗਾ ਇੱਕ ਵੀ, ਤੇ ਨਾ ਹੀ ਕੋਈ ਉੱਥੇ ਫਿਜ਼ੀਕਲ ਦਾ ਪ੍ਰੋਫੈਸਰ ਹੈਗਾ ਜੀ। ਤੇ ਉਹ ਮੇਰੇ ਉੱਥੇ ਕੋਈ ਪ੍ਰਿੰਸੀਪਲ ਵੀ ਨਹੀਂ ਹੈਗਾ। ਜੋ ਪ੍ਰਿੰਸੀਪਲ ਦਾ ਚਾਰਜ ਦਿੱਤਾ ਹੋਇਆ ਹੈ ਉਹ ਇੱਕ ਕਲਰਕ ਨੂੰ ਦਿੱਤਾ ਹੋਇਆ ਜੀ, ਕਲਰਕ ਨੂੰ ਜੀ। ਜਾਂ ਕੋਈ ਯੂਜੀ ਮੁਤਾਬਕ ਕੋਈ ਪ੍ਰੋਫੈਸਰ ਰੈਂਕ ਦੇ ਅਫਸਰ ਕੋਲ ਹੀ ਰੈਂਕ ਉਹ ਮਤਲਬ ਚਾਰਜ ਹੋਣਾ ਚਾਹੀਦਾ, ਤੇ ਉਹ ਕਲਰਕ ਨੂੰ ਦਿੱਤਾ ਹੋਇਆ ਜੀ। ਤੇ ਇੱਦਾਂ ਹੀ ਪੰਜਾਬ ਦੇ ਵੱਖ-ਵੱਖ ਕਾਲਜਾਂ ਦਾ ਹਾਲਾਤ ਹੈ ਜੀ। ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਪੇਂਡੂ ਏਰੀਆ ਦੀ, ਇਹਨਾਂ 47 ਕਾਲਜਾਂ ਵਿੱਚੋਂ 38 ਕਾਲਜ ਨੇ ਜੋ ਪੇਂਡੂ ਖੇਤਰ ਦੇ ਨੇ ਜੀ। ਪੇਂਡੂ ਖੇਤਰ ਦੇ ਜ਼ਿਆਦਾਤਰ ਦਲਿਤ ਜਾਂ ਛੋਟੀ ਕਿਸਾਨੀ ਬੱਚੇ ਪੜ੍ਹਨ ਆਉਂਦੇ ਨੇ ਜੀ। ਜੇਕਰ ਇਹ ਕਾਲਜ ਬੰਦ ਹੁੰਦੇ ਨੇ ਤਾਂ ਜੋ ਛੋਟੀ ਕਿਸਾਨੀ ਆ ਗਈ, ਦਲਿਤ ਆ ਗਿਆ, ਜਾਂ ਹੋਰ ਪਾਸੜੇ ਕੋਈ ਛੋਟਾ ਵਪਾਰੀ ਆ ਗਿਆ, ਉਹਨਾਂ ਨੇ ਸਾਰੇ ਕਾਲਜਾਂ ਤੋਂ ਬਾਹਰ ਹੋ ਜਾਣਾ ਜੀ। ਉਹਨੂੰ ਐਜੂਕੇਸ਼ਨ ਨਹੀਂ ਮਿਲਣੀ ਹੈਗੀ। ਜੇ ਪ੍ਰਾਈਵੇਟ ਕਾਲਜ ਦੇਖਦੇ ਹਾਂ, ਉੱਥੇ ਲਗਭਗ ਫੀਸ ਸਰਕਾਰੀ ਕਾਲਜਾਂ ਦੇ ਮੁਕਾਬਲੇ ਡਬਲ ਜਾਂ ਟ੍ਰਿਪਲ ਹੈ ਜੀ। ਤੇ ਐਜੂਕੇਸ਼ਨ ਉਸ ਲੈਵਲ ਦੀ ਉਹ ਹੈ, ਕੋਈ ਬਹੁਤ ਫਰਕ ਨਹੀਂ ਹੈਗਾ। ਕਿਹਾ ਦਿਖਾਇਆ ਜਾਂਦਾ ਹੈ ਬਸ ਸ਼ੀਸ਼ਾਂ ਦੀ ਬਿਲਡਿੰਗ ਲਾ ਕੇ ਵੀ ਐਜੂਕੇਸ਼ਨ ਬੈਟਰ ਦਿੰਦੇ ਆ, ਐਜੂਕੇਸ਼ਨ ਕੋਈ ਬੈਟਰ ਨਹੀਂ ਹੈਗੀ। ਅਸੀਂ ਖੁਦ ਸਰਕਾਰੀ ਕਾਲਜਾਂ 'ਚ ਪੜ੍ਹੇ ਹੋਏ ਹਾਂ, ਯੂਨੀਵਰਸਿਟੀ PhD ਕਰਨ ਪਹੁੰਚ ਗਏ ਅੱਜ।
ਸਰਕਾਰੀ ਕਾਲਜ ਮਾੜੇ ਨਹੀਂ ਹੈਗੇ, ਸਰਕਾਰ ਦੀ ਨੀਤੀ ਚੰਗੀ ਹੋਵੇ ਤਾਂ ਐਜੂਕੇਸ਼ਨ ਵਧੀਆ ਦੇ ਸਕਦੀ। ਹਾਂਜੀ, ਪਰ ਇਹ ਤੁਸੀਂ ਜਿਵੇਂ ਦੱਸਿਆ ਕਿ ਜਿਹੜੀਆਂ ਨੇ 300 ਸਮਥਿੰਗ ਪੋਸਟਾਂ ਭਰੀਆਂ ਨੇ, 1800 ਦੇ ਵਿੱਚੋਂ ਬਾਕੀ ਖਾਲੀ ਪਈਆਂ ਨੇ, ਇਹ ਜਿਹੜੀਆਂ ਇੰਨੇ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ, ਉਹਦਾ ਕਾਰਨ ਕੀ ਹੈ? ਦੇਖੋ ਸਰਕਾਰ ਦੀ ਜੋ ਨੀਤੀ ਹੈ ਉਹ ਸਿੱਖਿਆ ਨੂੰ ਵਪਾਰੀਕਰਨ ਕਰਨ ਲੱਗੇ ਹੋਏ ਨੇ ਜੀ। ਸਿੱਖਿਆ ਨੂੰ ਇੱਕ ਮਤਲਬ ਵੇਚਣ ਤੇ ਖਰੀਦਣ ਦੀ ਚੀਜ਼ ਬਣਾ ਲਈ। ਜੇਕਰ ਅਸੀਂ ਸਾਡੇ ਸਿੱਖ ਇਤਿਹਾਸ ਵਿੱਚ ਜਾ ਕੇ ਦੇਖੀਏ, ਗੁਰੂ ਕਹਿੰਦੇ ਨੇ ਵਿਦਿਆ ਦਾ ਵਿਚਾਰੀ ਪਰ ਉਪਕਾਰੀ, ਪਰ ਇਹਨਾਂ ਨੇ ਉਹਨਾਂ ਦੇ ਵੇਚਣ ਦੀ ਚੀਜ਼ ਬਣਾ ਲਈ। ਜਦੋਂ ਪੈਸਾ ਉਹ ਖਰੀਦ ਲੂ ਆ ਕੇ, ਜਿਹਦੇ ਕੋਲ ਨਹੀਂ ਪੈਸਾ ਉਹ ਨਹੀਂ ਪੜ੍ਹ ਸਕਦਾ ਹੈਗਾ। ਜਦੋਂ ਅਸੀਂ ਸਾਡੇ ਪੁਰਾਣੇ ਇਤਿਹਾਸ ਦੀ ਗੱਲ ਕਰਦੇ ਹਾਂ, ਭਾਰਤ ਵਿੱਚ ਜੋ ਦਲਿਤ ਸੀ, ਉਸ ਵੇਲੇ ਗਰੀਬ ਸੀ, ਉਹਦੇ ਕੰਨਾਂ ਸਿੱਕਾ ਢਾਲ ਕੇ ਪਾਇਆ ਜਾਂਦੇ ਵੀ ਐਜੂਕੇਸ਼ਨ ਪੜ੍ਹ ਨਾ ਸਕੇ। ਅੱਜ ਦਲਿਤ ਕੌਣ ਹੈ? ਜਿਹਦੇ ਕੋਲ ਪੈਸਾ ਨਹੀਂ ਹੈਗਾ। ਕਾਸਟ ਬੇਸ ਦੀ ਗੱਲ ਨਹੀਂ ਕਰਦਾ, ਜਿਹਦੇ ਕੋਲ ਪੈਸਾ ਨਹੀਂ ਹੈਗਾ, ਕਲਾਸ ਬੇਸ ਤੇ ਉਹ ਦਲਿਤ ਹੈ, ਗਰੀਬ ਹੈ। ਉਹ ਸਿੱਖਿਆ ਖੋਹਣ ਦਾ ਕਾਰਨ ਕੀ ਹੈ? ਸਿੱਖਾ ਨਹੀਂ ਵਿੱਚ ਢਾਲੇ ਪਾਉਂਦੇ ਹੈਗੇ। ਸਿੱਖਿਆ ਮੈਂ ਹੀ ਕਰਤੀ ਤੇ ਉਹ ਬੰਦਾ ਆਪਣੇ ਸਿੱਖਿਆ ਤੋਂ ਬਾਹਰ ਹੋ ਗਿਆ ਜੀ। ਤੇ ਅੱਜ ਦੇਖਦੇ ਹਾਂ ਜੋ ਪੰਜਾਬ ਦਾ ਡਰੋਪ ਰੇਟ ਹੈ, ਬਹੁਤ ਸਾਰੇ ਬੱਚੇ ਕਾਲਜ ਨਹੀਂ ਜਾ ਪਾਉਂਦੇ ਹੈਗੇ, ਯੂਨੀਵਰਸਿਟੀ ਜਾ ਪਾਉਂਦੇ ਹੈਗੇ। +2 ਕਰਕੇ ਹਟ ਕੇ ਜਾਂ ਤਾਂ ਕੋਈ ਦੁਕਾਨਦਾਰ ਲੱਗ ਜਾਂਦੇ ਨੇ ਜਾਂ ਖੇਤੀਬਾੜੀ ਲੱਗ ਜਾਂਦੇ ਨੇ, ਜਾਂ ਉਹਨਾਂ ਵਿੱਚੋਂ ਕਾਫੀ ਬੱਚੇ ਬਾਹਰ ਚਲੇ ਜਾਂਦੇ ਨੇ ਜੀ। ਇਸ ਕਰਕੇ ਕੋਈ ਇੱਥੋਂ ਐਜੂਕੇਸ਼ਨ ਨਹੀਂ ਵਧਾ, ਨਹੀਂ ਮਿਲਦੀ, ਰੁਜ਼ਗਾਰ ਨਹੀਂ ਮਿਲਦਾ। ਜਾਂ ਰੁਜ਼ਗਾਰ ਕਿਉਂ ਨਹੀਂ ਮਿਲਦਾ? ਇੱਥੋਂ ਕਾਲਜਾਂ ਦਾ ਭੱਠਾ ਬੈਠ ਚੁੱਕਿਆ ਜੀ। ਹਾਂਜੀ, ਚਲੋ ਮੈਂ ਇੱਥੇ ਇੱਕ ਗੱਲ ਹੋਰ ਇੱਥੇ ਤੁਹਾਡੇ ਕੋਲੋਂ ਜਾਣਨੀ ਚਾਹਾਂਗਾ ਕਿ ਤੁਸੀਂ ਗੱਲ ਕਰਦੇ ਪਏ ਹੋ ਕਿ ਜਿਹੜੇ ਕਾਲਜ, ਸਰਕਾਰੀ ਕਾਲਜਾਂ ਦੇ ਵਿੱਚ ਇਹ ਹਾਲਾਤ ਨੇ। ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਨੇ, ਆਪਾਂ ਖਾਸ ਕਰਕੇ ਗੱਲ ਕਰ ਲਈਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ, ਉਹਨਾਂ ਨੇ ਆਪਣੇ ਨੇਬਰਹੁੱਡ ਕੈਂਪਸ ਖੋਲ੍ਹੇ ਸੀ, ਜਿਨ੍ਹਾਂ ਦੇ ਵਿੱਚ ਵੀ ਜਿਹੜੀ ਮਤਲਬ ਯੂਨੀਵਰਸਿਟੀਆਂ ਦੇ ਕਹਿਣ ਮੁਤਾਬਿਕ ਆਪਾਂ ਦੇਖੀਏ ਤਾਂ ਉੱਥੇ ਜਿਹੜੀ ਐਜੂਕੇਸ਼ਨ ਹੈ ਉਹ ਪ੍ਰਾਈਵੇਟ ਕਾਲਜਾਂ ਦੇ ਨਾਲੋਂ ਉਹ ਸਸਤੀ ਦੇਣ ਦਾ ਦਾਅਵਾ ਕਰਦੇ ਪਏ ਨੇ। ਉਹਨਾਂ ਕਾਲਜਾਂ ਦੀ ਕੀ ਪੋਜੀਸ਼ਨ ਹੈਗੀ ਹੈ? ਦੇਖੋ ਜੋ ਇਹ 31 ਕਾਲਜ ਨੇ ਜੀ, ਤਿੰਨੇ ਯੂਨੀਵਰਸਿਟੀਆਂ ਦੇ ਕਨਸਟੀਟਿਊਸ਼ਨ ਪੰਜਾਬ ਦੇ 31 ਕਾਲਜ ਨੇ। ਇਹ ਖੋਲੇ ਕਿੱਥੇ ਗਏ ਸੀ? ਬੈਕਵਰਡ ਏਰੀਆ ਤੇ, ਹਾਂਜੀ, ਬਾਰਡਰ ਏਰੀਆ, ਪਿੰਡੂ ਏਰੀਆ ਖੋਲੇ ਗਏ ਸੀ ਤਾਂ ਕਿ ਉਹਦੇ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਸਕੇ। ਪਰ ਅੱਜ ਜੋ ਕਾਲਜਾਂ ਦਾ ਹਾਲ ਹੈ, ਇਹ ਕਾਲਜ ਆਪਣੀ ਮੌਤ ਸਰਕਾਰ ਦੁਆਰਾ ਮਾਰੇ ਜਾ ਰਹੇ ਨੇ। ਇਹਨੂੰ ਮਤਲਬ ਇਹ ਹਾਲ ਤੱਕ ਦਿੱਤਾ ਗਿਆ ਨਾ ਤਾਂ ਇਹਨਾਂ ਕਾਲਜਾਂ ਵਿੱਚ ਲਗਭਗ 90% ਜੋ ਪ੍ਰੋਫੈਸਰ ਨੇ ਉਹ ਕੰਟਰੈਕਟ ਤੇ ਨੇ ਜਾਂ ਗੈਸਟ ਫੈਕਲਟੀ ਦੇ ਨੇ, ਸੋ 10% ਹੀ ਰੈਗੂਲਰ ਨੇ ਜੀ। ਇਹਨਾਂ ਕਾਲਜਾਂ ਦਾ ਇਹ ਹਾਲ ਹੈ। ਤੇ ਪਿੱਛੇ ਪੰਜਾਬੀ ਯੂਨੀਵਰਸਿਟੀ ਪਾਲਿਸੀ ਲੈ ਕੇ ਆਈ ਸੀ ਵੀ ਕਈ ਕਾਲਜ ਬੰਦ ਕਰ ਦਿੱਤੀ ਸੀ ਜੀ। ਇਹਨਾਂ ਦੀ ਮਰਜ਼ੀ ਕਰ ਦਿੱਤੀ ਵੀ ਜਾ ਕੇ, ਜੇ ਉਹ ਇਹਨਾਂ ਕਹਿੰਦਾ ਵੀ ਆਉਣ ਵਾਲੇ ਟਾਈਮ 'ਚ ਗੈਸਟ ਫੈਕਲਟੀ ਵੀ ਰੱਖਣੀ ਹੈਗੀ, ਸਿਰਫ ਜੋ ਸਰਚ ਸਕੋਲਰ PhD ਕਰਦਾ ਹੈ ਉਹ ਜਾ ਕੇ ਇਹਨਾਂ ਕਾਲਜਾਂ ਪੜ੍ਹਾ ਕੇ ਆਇਆ ਕਰੂਗਾ। ਪਰ ਸਰਚ ਸਕੋਲਰ ਨਾਲ ਪ੍ਰੈਸ਼ਰ ਪਿਆ, ਸਰਕਾਰ ਨੇ ਪੈਸਾ ਵਾਪਸ ਲੈ ਲਿਆ ਯੂਨੀਵਰਸਿਟੀ ਨੇ। ਪਰ ਆਉਣ ਵਾਲੇ ਟਾਈਮ 'ਚ ਕਿਤੇ ਨਾ ਕਿਤੇ ਲਾਗੂ ਕਰਨ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਨੇ। ਹੁਣ ਇਸ ਵਾਰ ਤਾਂ ਕੋਈ ਵੀ ਇਹਨਾਂ ਨੇ 2 ਸਾਲਾਂ ਤੋਂ ਲਗਭਗ ਕੋਈ ਸਲੈਬ ਭਰਤੀ ਨਹੀਂ ਕੱਢੀ ਹੈਗੀ ਇਹਨਾਂ ਵਿੱਚ, ਕੋਈ ਗੈਸਟ ਫੈਕਲਟੀ ਨਹੀਂ ਕੱਢੀ ਹੈਗੀ ਇਹਨਾਂ ਨੇ। ਉਹੀ ਮਤਲਬ ਕੋਰਸ ਬੰਦ ਕੀਤੇ ਜਾ ਰਹੇ ਨੇ ਜਾਂ ਸੈਲਫ ਫਾਈਨੈਂਸ ਕੋਰਸ ਖੋਲੇ ਜਾ ਰਹੇ ਨੇ। ਸੈਲਫ ਫਾਈਨੈਂਸ ਕੋਰਸ ਆਪਣੇ ਪ੍ਰਾਈਵੇਟ ਕੋਰਸ ਹੈ ਜੀ ਉਹ। ਠੀਕ ਹੈ। ਅੱਛਾ, ਇੱਕ ਗੱਲ ਹੋਰ ਹੈਗੀ, ਅਸੀਂ ਜਦੋਂ ਪੰਜਾਬ ਦੇ ਵਿੱਚ ਕਾਲਜਾਂ ਦੀ ਗੱਲ ਕਰਦੇ ਹਾਂ, ਇੱਕ ਆਪਾਂ ਨੇਬਰਹੁੱਡ ਕੈਂਪਸ ਦੀ ਗੱਲ ਕਰ ਲਿੱਤੀ, ਇੱਕ ਆਪਾਂ ਸਰਕਾਰੀ ਕਾਲਜਾਂ ਦੀ ਗੱਲ ਤਾਂ ਕਰਦੇ ਪਏ ਹਾਂ। ਪ੍ਰਾਈਵੇਟ ਕਾਲਜ ਆਪਾਂ ਦੇਖਦੇ ਹਾਂ ਕਿ ਜਿਨ੍ਹਾਂ ਦੀ ਮੈਨੇਜਮੈਂਟ ਆਪਣੀ ਆ। ਇੱਕ ਏਡਡ ਕਾਲਜ ਨੇ, ਏਡਡ ਕਾਲਜ ਦੇ ਵਿੱਚ ਵੀ ਜਿਹੜੀਆਂ ਫੀਸਾਂ ਨੇ ਪ੍ਰਾਈਵੇਟ ਕਾਲਜਾਂ ਦੇ ਮੁਕਾਬਲੇ ਕਿਤੇ ਨਾ ਕਿਤੇ ਘੱਟ ਹੁੰਦੀਆਂ ਨੇ, ਭਾਵੇਂ ਕਿ ਸਰਕਾਰੀ ਕਾਲਜਾਂ ਤੋਂ ਜ਼ਿਆਦੀਆਂ ਹੁੰਦੀਆਂ ਨੇ। ਉਹਨਾਂ ਕਾਲਜਾਂ ਦੇ ਵਿੱਚ ਜਿਹੜੀ ਹੈ ਅਧਿਆਪਕ ਜਿਹੜੇ ਨੇ ਪੱਕੇ ਤੌਰ ਤੇ ਭਰੇ ਜਾਣ ਦੀ ਉੱਥੇ ਸਥਿਤੀ ਕੀ ਹੈਗੀ? ਦੇਖੋ ਜੀ, ਐਡਡ ਕਾਲਜਾਂ ਦੇ ਹਾਲ ਵੀ ਇਹੀ ਹੈ। ਕੋਈ ਟਾਈਮ ਸੀ ਸਰਕਾਰ ਇਹਨਾਂ ਨੂੰ 95% ਗ੍ਰਾਂਟ ਦਿੰਦੀ ਸੀ ਜੋ ਕਾਲਜ ਦਾ ਖਰਚਾ ਸੀ ਹਿਸਾਬ ਨਾਲ, ਤੇ ਸਰਕਾਰ ਨੇ ਕੱਟ ਕੇ ਉਹਨੂੰ 75 ਤੇ ਆ ਗਏ, ਕੋਈ 65 ਦੇ ਵੀ ਗੱਲ ਨਾ ਕਹਿੰਦੇ, 65 ਦੇ ਦਿੰਦੇ ਗਏ ਨੂੰ ਆ ਕੇ। ਇਹ ਲਗਾਤਾਰ ਗ੍ਰਾਂਟ ਕੱਟਦੀ ਆ ਰਹੀ ਹੈ। ਤੇ ਜੋ ਉੱਥੇ ਪ੍ਰੋਫੈਸਰ ਨੇ ਉਹ ਰੈਗੂਲਰ ਨਹੀਂ ਕੀਤੇ ਜਾ ਰਹੇ ਹੈਗੇ। ਉੱਥੇ ਉਹੀ ਗੈਸਟ ਫੈਕਲਟੀ 15-15000 ਰੁਪਏ 14,000 ਰੁਪਏ ਰੱਖੇ ਜਾ ਰਹੇ ਨੇ ਜੀ। ਇਹ ਵੀ ਇਹ ਹਾਲ ਹੈ। ਤੇ ਕਈ ਥਾਵਾਂ ਤੇ ਇਹ ਮੰਗ ਉੱਠ ਰਹੀ ਵੀ ਜੋ ਸਾਡੇ ਕੋਈ ਮਤਲਬ ਇਹ ਐਡਡ ਕਾਲਜ ਨੇ ਸਰਕਾਰੀਕਰਨ ਕੀਤਾ ਜਾਵੇ। ਜਿਵੇਂ ਸਭ ਸਮਾਣੇ ਦੀ ਗੱਲ ਕਰਦੇ ਹਾਂ, ਅਤੇ ਪਬਲਿਕ ਕਾਲਜ ਸਮਾਣਾ ਹੈ। ਇੱਥੋਂ ਦੇ ਇਲਾਕੇ ਦੇ ਲੋਕ ਤੇ ਇੱਥੋਂ ਦੇ ਵਿਦਿਆਰਥੀ ਇਹ ਮੰਗ ਕਰਦੇ ਵੀ ਸਾਡੇ ਕਾਲਜ ਨੂੰ ਸਰਕਾਰੀ ਕਾਲਜ ਬਣਾਇਆ ਜਾਵੇ ਜੀ। ਤੁਸੀਂ ਦੇਖੋਗੇ ਜੇ ਕੇਂਦਰ ਸਰਕਾਰ ਦੀ ਪਾਲਿਸੀ ਹੈ ਉਸ ਮੁਤਾਬਕ ਇਹ ਹੈ ਵੀ ਹਰ ਸਬ ਡਿਵੀਜ਼ਨ ਦੇ ਵਿੱਚ ਇੱਕ ਸਰਕਾਰੀ ਕਾਲਜ ਹੋਊਗਾ। ਪਰ ਪੰਜਾਬ ਦੇ ਵਿੱਚ ਬਹੁਤ ਸਾਰੀ ਸਬ ਡਿਵੀਜ਼ਨ ਐਵੇਂ ਦੀਆਂ ਜਿੱਥੇ ਕੋਈ ਵੀ ਸਰਕਾਰੀ ਕਾਲਜ ਨਹੀਂ ਹੈਗਾ। ਉਹਨਾਂ ਵਿੱਚ ਸਮਾਣਾ ਵੀ ਇਵੇਂ ਦਾ ਜੀ, ਉੱਥੇ ਕੋਈ ਸਰਕਾਰੀ ਕਾਲਜ ਨਹੀਂ ਹੈਗਾ। ਇਸ ਕਰਕੇ ਲੋਕ ਡਿਮਾਂਡ ਕਰਦੇ ਨੇ ਵੀ ਸਾਨੂੰ ਇੱਕ ਸਰਕਾਰੀ ਕਾਲਜ ਸਾਡੇ ਖੋਲ੍ਹਿਆ ਜਾਵੇ ਜੀ। ਦੇਖੋ, ਸਰਕਾਰੀ ਕਾਲਜ ਦੀ ਸਮੱਸਿਆ ਜਿਵੇਂ ਤੁਸੀਂ ਦੱਸੀ ਹੈ, ਚਲੋ ਤੁਸੀਂ ਏਡਡ ਕਾਲਜਾਂ ਦੇ ਬਾਰੇ ਵੀ ਜਾਣਕਾਰੀ ਦੇ ਦਿੱਤੀ ਕਿ ਉੱਥੇ ਵੀ ਜਿਹੜੀ ਅਧਿਆਪਕਾਂ ਦੇ ਵਰਗ ਤੋਂ ਦੇਖੀਏ, ਅਧਿਆਪਕਾਂ ਦੇ ਪੱਖ ਤੋਂ ਦੇਖੀਏ ਤਾਂ ਸਥਿਤੀ ਕੋਈ ਸੰਤੋਸ਼ਜਨਕ ਨਹੀਂ ਹੈਗੀ। ਕਿਉਂਕਿ ਦੇਖੋ, ਜਿਹੜੀ ਇਹ ਮੰਗ ਤੇ ਸਾਰੇ ਕਿਤੇ ਉੱਠਦੀ ਹੈ ਕਿ ਕਾਲਜ ਖੋਲ੍ਹੇ ਜਾਣ। ਮੈਂ ਇੱਥੇ ਤੁਹਾਨੂੰ ਚਲੋ ਇੱਕ ਗੱਲ ਆਪਣੀ ਸ਼ੇਅਰ ਕਰਨੀ ਚਾਹਾਂਗਾ ਕਿ ਅੰਮ੍ਰਿਤਸਰ ਜਿਹੜਾ ਇੱਕ ਬਹੁਤ ਵੱਡਾ ਸ਼ਹਿਰ ਹੈ ਜਿਹਨੂੰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ ਹੈ, ਅੰਮ੍ਰਿਤਸਰ ਦੇ ਵਿੱਚ ਇੱਕ ਵੀ ਜਿਹੜਾ ਸਰਕਾਰੀ ਕਾਲਜ ਨਹੀਂ ਹੈਗਾ ਜਿੱਥੇ ਲੜਕੇ ਆਪਣੀ ਜਿਹੜੀ ਹੈ ਮਤਲਬ ਵਿੱਦਿਆ ਪ੍ਰਾਪਤੀ ਕਰ ਸਕਣ। ਅੰਮ੍ਰਿਤਸਰ ਦੇ ਵਿੱਚ ਸਰਕਾਰੀ ਕਾਲਜ ਲੜਕੀਆਂ ਦਾ ਤਾਂ ਹੈਗਾ ਹੈ, ਪਰ ਜਿਹੜਾ ਲੜਕਿਆਂ ਦਾ ਸਰਕਾਰੀ ਕਾਲਜ ਨਹੀਂ ਹੈ। ਲੜਕਿਆਂ ਨੂੰ ਫਿਰ ਉੱਥੇ ਵੀ ਪ੍ਰਾਈਵੇਟ ਵੱਲ ਜਾਣਾ ਪੈਂਦਾ ਹੈ। ਚਲੋ ਮੈਂ ਅਗਲੀ ਆਪਣੀ ਗੱਲ ਤੇ ਆਨਾ। ਆਖਰੀ ਜਿਹੜੀਆਂ ਅਸਾਮੀਆਂ ਇੱਕ ਦਿਨ ਦੇ ਵਿੱਚ ਤੇ ਖਾਲੀ ਹੋਣ ਹੀ ਗਈਆਂ,
ਕਿਉਂਕਿ ਤੁਸੀਂ ਜਿਵੇਂ ਗੱਲ ਕੀਤੀ 1900 ਪੋਸਟਾਂ ਨੇ, ਜੇ ਘਟਾ ਕੇ ਵੀ ਇਹਨਾਂ ਨੇ ਕਰ ਦਿੱਤੀਆਂ ਨੇ, ਉਹਨਾਂ ਦੇ ਵਿੱਚ ਵੀ ਸਿਰਫ 350 ਜਿਹੜੇ ਪ੍ਰੋਫੈਸਰ ਰਹਿ ਗਏ ਨੇ। ਮਤਲਬ ਇਹ ਫਿਰ ਕਾਫੀ ਸਮਾਂ ਹੋ ਗਿਆ ਹੈ ਕਿ ਜਦੋਂ ਦੀਆਂ ਜਿਹੜੀਆਂ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ। ਇਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ। ਇਹ ਜੋ ਅਸਾਮੀਆਂ ਦੀ ਨਾ ਭਰਦੇ ਮਤਲਬ ਪ੍ਰੋਸੈਸ ਹੈ ਜੀ, ਇਹ ਲਗਭਗ 26 ਸਾਲਾਂ ਤੋਂ ਅੱਛਾ, ਕੋਈ ਕਾਲਜ ਭਰਤੀ ਨਹੀਂ ਹੋਈ ਹੈਗੀ ਜੀ। ਮਤਲਬ ਪਿਛਲੇ 26 ਸਾਲਾਂ ਤੋਂ ਜੇ ਆਪਾਂ ਗੱਲ ਕਰੀਏ, ਇੱਕ ਵੀ ਜਿਹੜੀ ਭਰਤੀ ਵੀ ਪੱਕੇ ਪ੍ਰੋਫੈਸਰ ਦੀ ਨਹੀਂ ਹੋਈ। ਇੱਕ ਵੀ ਨਹੀਂ ਹੋਏਗੀ। ਰਿਟਾਇਰਮੈਂਟ ਲਗਾਤਾਰ ਹੁੰਦੀ ਆ ਰਹੀ ਹੈ। ਤੇ ਗੱਲ ਇਹ ਵੀ 2029 ਤੱਕ ਤਾਂ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ ਕਾਲਜਾਂ ਬਚਣਾ ਹੈਗਾ। ਅੱਛਾ, 2029 ਤੱਕ ਤਾਂ ਇੱਕ ਸਿੰਗਲ ਵੀ ਨਹੀਂ ਬਚਣਾ ਹੈਗਾ। ਸਾਰੇ ਮਤਲਬ ਗੈਸਟ ਫੈਕਲਟੀ ਕੰਟਰੈਕਟ ਪ੍ਰੋਫੈਸਰ ਹੋਣਗੇ ਜਾ ਕੇ। ਇਹ ਕਾਲਜ ਬਿਲਕੁਲ ਨਹੀਂ ਹੋਣਾ ਹੈਗਾ ਜਾ ਕੇ। ਹੁਣ ਕੈਪਟਨ ਸਰਕਾਰ ਨੇ ਪਿੱਛੇ ਜਿਹੇ ਵਾਅਦਾ ਵੀ ਕੀਤਾ ਸੀ ਆ ਕੇ ਚੋਣ ਮੈਨੀਫੈਸਟੋ ਵਿੱਚ ਵੀ ਅੱਜ 50 ਨਵੇਂ ਪੰਜਾਬ ਦੇ ਸਰਕਾਰੀ ਕਾਲਜ ਖੋਲਾਂਗੇ। 50 ਤੋਂ ਮੁੱਕ ਕੇ 16 ਤੇ ਆ ਗਏ। 16 ਚ ਵੀ ਕੋਈ ਭਰਤੀ ਨਹੀਂ ਕੀਤੀ ਹੈਗੀ। 60 ਨੇ ਸੈਕਸ਼ਨ ਕੀਤੀਆਂ ਨੇ, ਭਰਤੀ ਕੋਈ ਨਹੀਂ ਕੀਤੀ ਹੈਗੀ। ਐਡਮਿਸ਼ਨਾਂ ਇਸ ਵਾਰ ਹੋ ਰਹੀਆਂ ਨੇ। ਇੱਕ ਦੋ ਰੂਮ ਚ ਕਾਲਜ ਖੋਲੇ ਹੋਏ ਜਾਂ ਕਿਤੇ ਵੀ ਖੋਲੇ ਗਏ ਨੇ, ਤੇ ਖੋਲੇ ਉਸ ਥਾਂ ਗਏ ਨੇ ਵੀ ਆਪਣੇ ਆਪ ਬੰਦ ਹੋ ਜਾਣ ਸਾਲ 2 ਸਾਲ ਚ ਕਾਲਜ ਜਾ ਕੇ। ਸਿਰਫ ਬੋਰਡ ਪੋਲਿਟਿਕਸ ਦਾ ਬੋਰਡ ਬੈਂਕ ਬਣਾਇਆ ਜਾ ਰਿਹਾ ਜਾ ਕੇ ਜੀ ਇੱਕ ਵਾਰੀ। ਤੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਪਿਛਲੇ 26 ਸਾਲਾਂ ਤੋਂ ਜਿਹੜੀ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ, ਕਿ ਤੇ ਜਿਹੜੀ ਯੂਨੀਵਰਸਿਟੀਆਂ ਨੇ ਆਪਣੀਆਂ, ਖਾਸ ਕਰਕੇ ਆਪਾਂ ਪੰਜਾਬ ਦੇ ਪੱਖ ਤੋਂ ਗੱਲ ਕਰਦੇ ਹਾਂ, ਸਰਕਾਰੀ ਯੂਨੀਵਰਸਿਟੀਆਂ ਦੀ ਗੱਲ ਕਰੀਏ, ਭਾਵੇਂ ਜਿਹੜੀਆਂ ਸਟੇਟ ਦੀਆਂ ਯੂਨੀਵਰਸਿਟੀਆਂ ਨੇ, ਗੁਰੂ ਨਾਨਕ ਯੂਨੀਵਰਸਿਟੀ ਦੀ ਗੱਲ ਕਰ ਲਈਏ, ਪੰਜਾਬੀ ਵਾਲੀ ਦੀ ਕਰ ਲਈਏ, ਇੱਥੇ ਜਿਹੜੀ ਅਸਾਮੀਆਂ ਨੇ, ਇੱਥੇ ਕਿਵੇਂ ਦੀ ਮਤਲਬ ਦੁਰਦਸ਼ਾ ਹੈ? ਦੇਖੋ ਜੀ, ਇੱਥੋਂ ਦੇ ਕਾਲਜ ਤੋਂ ਮਤਲਬ ਕੋਈ ਵੱਖ ਹਾਲਾਤ ਨਹੀਂ ਹੈਗੇ। ਅੱਛਾ, ਜੋ ਲੰਬਾ ਟਾਈਮ ਉਹ ਦੇਖਦੇ ਲਗਾਤਾਰ ਪੋਸਟਾਂ ਖਾਲੀ ਹੁੰਦੀ ਜਾ ਰਹੀਆਂ ਨੇ, ਨਵੀਂ ਕੋਈ ਭਰਤੀ ਨਹੀਂ ਹੋ ਰਹੀ ਹੈਗੀ। 7 ਸਕੋਲਰਾਂ ਤੋਂ ਹੀ ਕਲਾਸਾਂ ਲਵਾਈਆਂ ਜਾ ਰਹੀਆਂ ਨੇ ਬਾਰ-ਬਾਰ। ਹਰ ਯੂਨੀਵਰਸਿਟੀ ਦਾ ਇੱਕੋ ਹੀ ਹਾਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਲੰਬੇ ਟਾਈਮ ਤੋਂ ਸਿਰਫ ਕੰਟਰੈਕਟ ਦੀ ਪਾਲਿਸੀ ਬਣਾਈ ਹੋਈ ਹੈ। ਉਹ ਤਾਂ ਰੈਗੂਲਰ ਭਰਤੀ ਕਰਦੇ ਨੇ, ਕੰਟਰੈਕਟ ਤੇ ਰੱਖਦੇ ਨੇ ਬੰਦੇ ਨੂੰ, ਤੇ ਪਰ ਲੈਕਚਰ ਪੈਸੇ ਦਿੰਦੇ ਨੇ, ਉਸ ਤਰ੍ਹਾਂ ਕਰਦੇ ਨੇ ਜੀ। ਇਹ ਪਾਲਿਸੀ ਤੋਂ ਦੂਜੀ ਯੂਨੀਵਰਸਿਟੀਆਂ ਬਣਾ ਲਈ ਜੀ ਹੌਲੀ ਹੌਲੀ ਕਰਕੇ। ਹੁਣ ਪੰਜਾਬੀ ਯੂਨੀਵਰਸਿਟੀ ਜੇ ਗੱਲ ਕਰਦੇ ਹਾਂ ਅਸੀਂ, ਇੱਥੇ ਨਾ ਕਰਦੇ ਕਈ ਡਿਪਾਰਟਮੈਂਟਾਂ ਵਿੱਚ ਤਾਂ 1-2 ਟੀਚਰ ਰਹਿ ਗਏ। ਜੇਕਰ ਅਸੀਂ ਗੱਲ ਕਰਨੀ ਹੋ ਪੋਲੀਟੀਕਲ ਸਾਇੰਸ ਦੀ ਡਿਪਾਰਟਮੈਂਟ ਦੀ, ਮੈਂ PhD ਕਰ ਰਿਹਾ। ਜਦੋਂ ਮੈਂ ਇੱਥੇ ਆਇਆ ਸੀ ਡਿਪਾਰਟਮੈਂਟ ਵਿੱਚ, ਉਦੋਂ 7 ਰੈਗੂਲਰ ਪ੍ਰੋਫੈਸਰ ਸੀ। ਅੱਜ ਉੱਥੇ 1 ਰਹਿ ਗਿਆ। ਉਹਨਾਂ ਵੀ 2-1.5 ਸਾਲ ਬਾਅਦ ਰਿਟਾਇਰਮੈਂਟ ਹੈ, ਤੇ ਮਤਲਬ 1 ਵੀ ਨਹੀਂ ਰਹਿਣਾ ਤੋਂ ਬਾਅਦ। ਤੇ ਯੂਨੀਵਰਸਿਟੀ ਇਹ ਗੱਲ ਕਹਿੰਦੇ ਵੀ 2 ਸਾਲ ਅਸੀਂ ਭਰਤੀ ਨਹੀਂ ਕਰਨੀ ਹੈਗੀ, ਯੂਨੀਵਰਸਿਟੀ ਵਿੱਚ ਕੋਈ ਵੀ ਕਰਨੀ ਨਹੀਂ ਹੈਗੀ। ਜੇ ਭਰਤੀ ਨਹੀਂ ਕਰੋਗੇ ਤੁਸੀਂ, ਡਿਪਾਰਟਮੈਂਟ ਬੰਦ ਹੋਣਗੇ। ਜੇ ਬੰਦ ਹੋਣਗੇ ਫਿਰ ਉਹਦੇ ਸੈਲਫ ਫਾਈਨੈਂਸ ਕੋਰਸ ਹੋਣਗੇ। ਸੈਲਫ ਫਾਈਨੈਂਸ ਕੋਰਸ ਹੋਣਗੇ ਫਿਰ ਉਹਦਾ ਮਤਲਬ ਕੀ ਹੈ, ਪ੍ਰਾਈਵੇਟ ਹੈ। ਤੇ ਬਹੁਤ ਸਾਰੇ ਕਾਲਜਾਂ ਵਿੱਚ ਮਹਿੰਦਰਾ ਕਾਲਜ ਹੈ, ਉੱਥੇ ਜਿੰਨੀ MA ਨੇ ਸਾਰੇ ਸੈਲਫ ਫਾਈਨੈਂਸ ਨੇ, ਤੇ ਕਿਸੇ ਨੂੰ ਸਰਕਾਰੀ ਕਾਲਜ ਹੈ ਜੀ ਉਹ। ਅੱਛਾ, ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਤੁਹਾਡੇ ਵਿਭਾਗ ਦੇ ਵਿੱਚ ਜਿਹੜਾ ਇੱਕ ਹੀ ਮਤਲਬ ਰੈਗੂਲਰ ਟੀਚਰ ਹੈ, ਉਹਨਾਂ ਨੇ ਵੀ ਰਿਟਾਇਰ ਹੋ ਜਾਣਾ ਹੈ। ਮਤਲਬ 2029 ਤੁਹਾਡੇ ਡਿਪਾਰਟਮੈਂਟ ਵਾਸਤੇ ਤੇ ਹੁਣੇ ਹੀ ਆ ਗਿਆ, 2022 ਦੇ ਵਿੱਚ ਹੀ, 22-23 ਦੇ ਲਾਗੇ। ਤਾਂ ਜਦੋਂ ਅਸੀਂ ਮਤਲਬ ਦੇਖਦੇ ਪਏ ਹਾਂ, ਜਿਵੇਂ ਤੁਸੀਂ ਦੱਸਿਆ ਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਵੀ ਅਧਿਆਪਕ ਜਿਹੜੇ ਨੇ ਰਿਟਾਇਰ ਹੋਈ ਜਾ ਰਹੇ ਨੇ। ਉੱਥੇ ਮੈਂ ਇੱਕ ਗੱਲ ਤੁਸੀਂ ਬਾਰ-ਬਾਰ ਜ਼ਿਕਰ ਕਰਦੇ ਪਏ ਸੀ ਰਿਸਰਚ ਸਕੋਲਰ ਦਾ, ਕਿ ਰਿਸਰਚ ਸਕੋਲਰ ਨੂੰ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਮਜਬੂਰ ਕਰਦੀਆਂ ਨੇ, ਜਾਂ ਮਤਲਬ ਉਹਨਾਂ ਦੇ ਕੋਲੋਂ ਹੀ ਜਿਹੜਾ ਅਧਿਆਪਕਾਂ ਦਾ ਕੰਮ ਲਿਆ ਜਾ ਰਿਹਾ ਵੈ। ਪਰ ਜਦੋਂ ਆਪਾਂ UGC ਦੇ ਰੂਲ ਦੇਖਦੇ ਹਾਂ, ਕਿਉਂਕਿ ਜਿਹੜਾ ਪਰਸਨ ਮਤਲਬ ਫੈਲੋਸ਼ਿਪ ਤੇ ਆਂਦਾ ਹੈ, ਭਾਵੇਂ ਉਹ JRF ਤੇ ਆਵੇ, ਭਾਵੇਂ ਉਹ ਮਿਨੋਰਟੀ ਫੈਲੋਸ਼ਿਪ ਤੇ ਆਵੇ, ਜਾਂ ਕਿਸੇ ਵੀ ਤਰ੍ਹਾਂ ਦੀ ਫੈਲੋਸ਼ਿਪ ਤੇ ਆਵੇ, ਉਹਦੇ ਵਿੱਚ UGC ਨੇ ਇੱਕ ਟਾਈਮ ਪੀਰੀਅਡ ਫਿਕਸ ਕੀਤਾ ਵੈ ਕਿ ਤੁਸੀਂ ਇਸ ਤੋਂ ਜ਼ਿਆਦਾ ਉਹਦੇ ਕੋਲੋਂ ਜਿਹੜਾ ਲੈਕਚਰ ਦਾ ਜਾਂ ਡਿਪਾਰਟਮੈਂਟ ਦਾ ਕੰਮ ਨਹੀਂ ਲੈ ਸਕਦੇ। ਭਾਵੇਂ ਕਿ ਇਹ ਜਦੋਂ ਆਪਾਂ ਪ੍ਰੈਕਟੀਕਲੀ ਦੇਖਦੇ ਜੇ ਜ਼ਮੀਨੀ ਪੱਧਰ ਤੇ ਸਥਿਤੀ ਹੋਰ ਹੈ, ਤਾਂ ਉੱਥੇ ਉਹ UGC ਦੇ ਰੂਲ ਦੀ ਜਿਹੜੀ ਹੈ ਕਿੰਨੀ ਕੁ ਫਿਰ ਮਹੱਤਤਾ ਰਹਿ ਜਾਂਦੀ ਹੈ? ਦੇਖੋ ਜੀ, ਜੋ ਗੱਲ ਯੂਨੀਵਰਸਿਟੀ ਤੇ ਲਾਗੂ ਹੁੰਦੀ ਹੈ UGC ਦੀ, ਉਹ ਰੂਲ ਤਾਂ ਚੱਕ ਕੇ ਸਿੱਕੇ ਟੰਗ ਦਿੰਦੇ ਨੇ। ਜੋ ਗੱਲ ਵਿਦਿਆਰਥੀਆਂ ਦੀ ਲਾਗੂ ਹੁੰਦੀ ਹੈ, ਉਹ ਨਾਲ ਦੀ ਨਾਲ ਲਾਗੂ ਕਰ ਦਿੰਦੇ ਨੇ ਆ ਕੇ। ਹੁਣ UGC ਦੇ ਰੂਲ ਤਾਂ ਇਹ ਗੱਲ ਕਹਿੰਦੇ ਵੀ ਕੋਈ ਵੀ ਸਰਚ ਸਕੋਲਰ ਕਿਸੇ ਇੱਕ ਲਿਮਟਡ ਲੈਕਚਰ ਵੱਧ ਨਹੀਂ ਲਾਊਗਾ। ਹਾਂਜੀ, ਪਰ ਇੱਥੇ ਹੋਇਆ ਕੀ ਪਿਆ, ਯੂਨੀਵਰਸਿਟੀਆਂ ਵਿੱਚ ਪੂਰਾ ਸਬਜੈਕਟ ਹੀ ਸਰਚ ਸਕੋਲਰ ਨੂੰ ਦਿੱਤਾ ਹੋਇਆ ਹੈ। ਤੇ ਬੱਚੇ ਇੱਕ ਉਮੀਦ ਲੈ ਕੇ ਆਉਂਦੇ ਨੇ ਵੀ ਅਸੀਂ ਯੂਨੀਵਰਸਿਟੀ ਪੜ੍ਹਨ ਚੱਲੇ ਹਾਂ ਕੋਈ ਕੁਆਲੀਫਾਈਡ ਪ੍ਰੋਫੈਸਰਾਂ ਕੋਲ, ਤੇ ਬੱਚੇ ਦੀ ਉਮੀਦ ਟੁੱਟ ਜਾਂਦੀ ਹੈ ਜਦੋਂ ਆ ਕੇ ਦੇਖਦਾ ਹੈ ਵੀ ਇੱਕ ਸਰਚ ਸਕੋਲਰ ਜੋ ਅੱਜ MPhil ਕੀਤੀ, ਅੱਜ ਉਹਨੇ MA ਕੀਤੀ, ਭਾਵੇਂ ਨੈਟ ਕਰਕੇ PhD ਲੱਗਿਆ ਕਰਨ, ਉਹ ਜਾ ਕੇ ਲੈਕਚਰ ਰਹਿ ਰਿਹਾ ਜਾ ਕੇ ਉੱਥੇ ਜੀ। ਤੇ ਸਰਚ ਸਕੋਲਰ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਾਂ ਉਹ ਆਪਦਾ PhD ਵਰਕ ਕਰੇ ਜਾਂ ਲੈਕਚਰ ਲਈ ਤਿਆਰੀ ਕਰਕੇ ਆਵੇ ਜੀ। ਨਾ ਉਹ ਇੰਨਾ ਤਜਰਬਾ ਹੁੰਦਾ ਹੈ ਯੂਨੀਵਰਸਿਟੀ ਪੜ੍ਹਾਉਣ ਦਾ, ਇੱਕ ਪ੍ਰੋਸੈਸ ਹੁੰਦਾ ਹੈ, ਉਸ ਤੱਕ ਪਹੁੰਚੇ ਤਾਂ ਪਹਿਲਾਂ ਹੀ ਹੁਣ ਮਤਲਬ ਉਹਦੇ ਭਾਰ ਵੱਧ ਪਾਇਆ ਜਾਂਦਾ ਹੈ। ਇਸ ਕਰਕੇ ਉਹਦਾ ਜੋ ਸਰਚ ਦਾ ਵਰਕ ਦਾ ਕੰਮ ਹੈ ਉਹ ਵੀ ਪਾਸੜਦਾ ਹੈ। ਜੋ PhD 4-5 ਸਾਲ ਪੂਰੀ ਹੋ ਜਾਂਦੀ ਹੈ, ਉਹਨੂੰ 7-8 ਸਾਲ ਲੱਗ ਜਾਂਦੇ ਕਰਦੇ ਜੀ। ਮੈਂ ਚਲੋ ਹੁਣ ਤੁਸੀਂ ਗੱਲ ਕੀਤੀ, ਮੇਰੀ ਯੂਨੀਵਰਸਿਟੀ ਦੇ ਵਿੱਚ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਖ ਤੋਂ ਹੀ ਮੈਂ ਗੱਲ ਕਰਾਂ, ਕੁਝ ਜਿਹੜੇ ਅਧਿਆਪਕ ਨੇ ਜਾਂ ਜਿਹੜੇ ਰੈਗੂਲਰ ਪ੍ਰੋਫੈਸਰ ਨੇ ਤੇ ਜਿਹੜੇ ਹੈੱਡ ਨੇ ਡਿਪਾਰਟਮੈਂਟ ਦੇ, ਉਹਨਾਂ ਦੇ ਨਾਲ ਗੱਲ ਹੁੰਦੀ ਹੈ। ਮੈਂ ਇਹੀ ਗੱਲ ਤੁਹਾਡੇ ਲਈ ਉੱਥੇ ਕਰਦਾ, ਤੇ ਉਹ ਇਹ ਗੱਲ ਕਹਿ ਕੇ ਇਸ ਗੱਲ ਨੂੰ ਜਸਟੀਫਾਈਡ ਕਰ ਦਿੰਦੇ ਨੇ ਕਿ ਅਸੀਂ ਰਿਸਰਚ ਸਕੋਲਰ ਨੂੰ ਮੌਕਾ ਦੇ ਰਹੇ ਹਾਂ ਕਿ ਭਈ ਤੁਹਾਨੂੰ ਪੜ੍ਹਾਉਣਾ ਆ ਜਾਵੇ, ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਚਾਂਸ ਦੇ ਰਹੇ ਹਾਂ, ਤੁਹਾਨੂੰ ਇੱਕ ਟ੍ਰੇਨਿੰਗ ਦੇ ਰਹੇ ਹਾਂ। ਤਾਂ ਤੁਸੀਂ ਫਿਰ ਇਸ ਗੱਲ ਦੇ ਨਾਲ ਕਿੰਨਾ ਕੁ ਸਹਿਮਤ ਹੋ?
ਦੇਖੋ ਜੀ ਉਹ 1-2 ਲੈਕਚਰ ਦਿੱਤਾ ਜਾ ਸਕਦਾ ਹਫਤੇ ਦਾ, ਹਾਂਜੀ 2-3 ਵੱਧ ਤੋਂ ਵੱਧ। ਨਹੀਂ ਉਹ ਤੇ UGC ਵੀ ਅਲਾਉ ਕਰਦੀ ਹੈ ਨਾ ਕਿ ਤੁਸੀਂ ਹਫਤੇ ਦੇ ਵਿੱਚ ਇੰਨੇ ਮਤਲਬ ਇੱਕ ਲੈਕਚਰ ਹੈ ਤੁਸੀਂ ਦੇ ਸਕਦੇ ਹੋ, ਪਰ ਉਹਨਾਂ ਨੇ ਜ਼ਿਆਦਾ ਦਿੱਤੇ ਹੋਏ ਨੇ। ਉਹਨੇ ਪੂਰਾ ਸਬਜੈਕਟ ਦੇ ਦੇਣਾ ਜੀ। ਇਹਨੂੰ ਜਸਟੀਫਾਈ ਦੀ ਗੱਲ ਕਰਕੇ ਕਹਿ ਸਕਦੇ ਹੈਗੇ ਵੀ ਤੁਹਾਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ। ਟ੍ਰੇਨਿੰਗ ਦਾ ਭਾਵ ਇਹ ਨਹੀਂ ਹੈਗਾ ਤੁਸੀਂ ਪੂਰਾ ਲੈਕਚਰ ਦੇ ਦਿਓ ਜਾ ਕੇ। ਫਿਰ ਜੋ ਬੱਚੇ ਨੇ ਯੂਨੀਵਰਸਿਟੀ ਪਾਉਂਦੇ ਨੇ ਰਿਸਰਚ ਕਰਾਉਣ ਵਾਸਤੇ, ਰਿਸਰਚ ਕੌਣ ਕਰਵਾ ਸਕਦਾ ਹੈ? ਜੋ ਫੁੱਲ ਪ੍ਰੋਫੈਸਰ ਹੈ, ਹਾਂਜੀ ਜੋ ਰੈਗੂਲਰ ਹੈ ਜਿਸ ਪਾਲਿਸੀ ਮੁਤਾਬਕ। ਪਰ ਜਦੋਂ ਰੈਗੂਲਰ ਪ੍ਰੋਫੈਸਰ ਹੀ ਨਹੀਂ ਹੋਊਗਾ, ਰਿਸਰਚ ਨਹੀਂ ਹੋਣੀ ਹੈਗੀ। ਹੁਣ ਤੁਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਦੇਖ ਲਓ, ਬਹੁਤ ਡਿਪਾਰਟਮੈਂਟ 'ਚ 1-2 ਟੀਚਰ ਨੇ, ਉੱਥੇ PhD ਰੁਕੀਆਂ ਪਈਆਂ ਨੇ, ਨਹੀਂ ਹੋ ਰਹੀਆਂ ਹੈਗੀਆਂ। ਬੱਚੇ ਲਾਈਨ 'ਚ ਲੱਗੇ ਹੋਏ ਨੇ PhD ਕਰਨ ਲਈ, ਕੋਈ PhD ਨਹੀਂ ਹੋ ਰਹੀ ਹੈਗੀ। ਤੇ ਯੂਨੀਵਰਸਿਟੀ ਦਾ ਕਾਲਜ ਬਣਾਇਆ ਜਾ ਰਿਹਾ, ਇੱਥੇ BA ਲੈਵਲ ਦੀ ਐਡਮਿਸ਼ਨਾਂ ਵੱਡੀ ਗਿਣਤੀ 'ਚ ਹੋ ਰਹੀਆਂ ਨੇ। ਮਤਲਬ ਇੰਟੀਗ੍ਰੇਟਡ ਕੋਰਸ ਸ਼ੁਰੂ ਕੀਤੇ ਜਾ ਰਹੇ ਨੇ, ਫੀਸਾਂ ਵਧਾਈਆਂ ਜਾ ਰਹੀਆਂ ਇਹਨਾਂ ਦੀਆਂ ਤਰੀਕਾ ਮਤਲਬ ਇੰਟੀਗ੍ਰੇਟਡ ਕਰਕੇ। ਤੇ ਸਿਲੇਬਸ ਉਹੀ ਹੈ, ਕੋਈ ਰੋਜ਼ਗਾਰ ਨਹੀਂ ਹੈਗਾ ਇੰਟੀਗ੍ਰੇਟਡ ਕੋਰਸਾਂ ਦੇ ਕਰਕੇ ਵੀ। ਠੀਕ ਹੈ। ਅੱਛਾ ਚਲੋ ਇੱਕ ਗੱਲ ਮੈਂ ਇੱਥੇ ਹੋਰ ਤੁਹਾਡੇ ਨਾਲ ਜੁੜਦੀ ਚਾਹਾਂਗਾ ਕਿ ਮਤਲਬ ਤੁਹਾਡੀ ਆਪਾਂ ਗੱਲਬਾਤ ਜਿੰਨੀ ਅਜੇ ਤੱਕ ਆਪਾਂ ਕੀਤੀ ਹੈ, ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਗੈਸਟ ਫੈਕਲਟੀ ਦਾ ਜਿਹੜਾ ਕਲਚਰ ਹੈ ਉਹ ਕ੍ਰੀਏਟ ਕਰ ਦਿੱਤਾ ਗਿਆ ਵਾ, ਜਾਂ ਕੰਟਰੈਕਟ ਦਾ ਜਿਵੇਂ ਤੁਸੀਂ ਗੁਰੂ ਨਾਨਕ ਯੂਨੀਵਰਸਿਟੀ ਤੋਂ ਕਿਹਾ ਕਿ ਉੱਥੋਂ ਜਿਹੜਾ ਕ੍ਰੀਏਟ ਹੋਇਆ ਅੱਜ ਸਾਰੇ ਕਿਤੇ ਫੈਲ ਗਿਆ ਹੈ, ਤੇ ਉਸ ਤੋਂ ਵੀ ਇੱਕ ਭੈੜਾ ਰੂਪ ਹੈ ਜਿਹਨੂੰ ਆਪਾਂ ਕਹਿ ਲਈਏ ਉਹ ਗੈਸਟ ਫੈਕਲਟੀ ਦਾ ਹੈ। ਤੇ ਇੱਥੇ ਜਿਹੜੀ ਗੈਸਟ ਫੈਕਲਟੀ ਜਿਹੜੇ ਅਧਿਆਪਕ ਨੇ ਉਹਨਾਂ ਦੀ ਜਿਹੜੀ, ਕਿਉਂਕਿ ਗੈਸਟ ਫੈਕਲਟੀ ਅਸੀਂ ਦੇਖਦੇ ਹਾਂ ਕਿ ਕਈ ਐਵੇਂ ਦੇ ਵੀ ਹੈਗੇ ਨੇ ਜਿਹੜੇ, ਕਈ ਨਹੀਂ ਬਹੁਤ ਸਾਰੇ ਐਵੇਂ ਦੇ ਨੇ ਜਿਹੜੇ ਪੂਰੀ ਤਰ੍ਹਾਂ ਐਲੀਜੀਬਲ ਨੇ, ਉਹਨਾਂ ਦੀ ਜਿਹੜੀ ਪੋਜੀਸ਼ਨ ਕਿੱਦਾਂ ਦੀ ਹੈ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ? ਦੇਖੋ ਜੋ ਗੈਸਟ ਫੈਕਲਟੀ ਟੀਚਰ ਹੈ ਜੀ, ਉਹਨਾਂ ਨੂੰ 7-8 ਮਹੀਨੇ ਰੋਜ਼ਗਾਰ ਮਿਲਦਾ ਹੈ, ਉਹ ਵੀ 30,000 ਰੁਪਏ ਲਿਮਟ ਹੈ ਪਰ ਲੈਕਚਰ। ਉਹਨਾਂ ਦਾ ਮਤਲਬ 500 ਰੁਪਏ ਕਾਲਜਾਂ ਮਿਲਦਾ ਹੈ, 750 ਯੂਨੀਵਰਸਿਟੀ ਮਿਲਦਾ ਹੈ, ਪਰ ਲਿਮਟ ਹੈ। ਉਹ ਲੈਕਚਰ ਉਹਨਾਂ ਤੋਂ ਉਹ ਤੋਂ ਵੱਧ ਲਵਾਈ ਜਾਂਦੇ ਨੇ, 30,000 ਤੋਂ ਵੱਧ ਵੀ ਲੈਕਚਰ ਵੱਧ ਲਵਾਈ ਜਾਂਦੇ ਨੇ, ਪਰ 30,000 ਫੈਲੋ ਪੱਕਾ ਹੈ। ਜੇ ਲੈਕਚਰ ਘੱਟ ਨੇ ਤਾਂ ਉਹਨੂੰ 30 ਤੋਂ ਘੱਟ ਮਿਲੂਗਾ। ਠੀਕ ਹੈ। ਤੇ ਹੁਣ ਯੂਨੀਵਰਸਿਟੀ ਨੇ ਇਹ ਕਰਨਾ ਸ਼ੁਰੂ ਕਰਤਾ, ਕਾਲਜਾਂ ਵਿੱਚ ਗੈਸਟ ਫੈਕਲਟੀ ਵੀ ਰੱਖਦੇ ਹੈਗੇ, ਇਹ PTE ਫੰਡ ਚੋਂ ਰੱਖਦੇ ਨੇ ਜੀ। ਅੱਛਾ। PTE ਫੰਡ 'ਚ 15,000 ਰੁਪਏ ਦਿੰਦੇ ਨੇ। ਠੀਕ ਹੈ। ਕੁੱਲ 15,000 ਰੁਪਇਆ ਤੇ ਯੂਨੀਵਰਸਿਟੀ PTE ਫੰਡ 'ਚੋਂ ਆਪ ਨਹੀਂ ਦੇਣਾ ਹੈਗਾ, ਉਹ ਬੱਚਿਆਂ ਦੇ ਫੀਸਾਂ ਵਧਾ ਕੇ PTE ਫੰਡ ਨਵਾਂ ਲਾ ਕੇ ਉਹਦੇ ਵਿੱਚੋਂ ਸੈਲਰੀ ਦਿੰਦੇ ਨੇ ਉਹਨੂੰ ਲਿਆ ਕੇ ਜਾ ਕੇ। ਤੇ ਕਈ ਟੀਚਰ ਤਾਂ ਐਵੇਂ ਦੇ ਨੇ ਜੋ ਸਿਰਫ ਗੈਸਟ ਫੈਕਲਟੀ ਰਿਟਾਇਰ ਹੋਣ ਤੇ ਆ ਗਏ, ਕਈ ਕਾਲਜਾਂ ਦੇ ਸਰਕਾਰੀ ਕਾਲਜ ਨੇ 2 ਸਾਲਾਂ ਤੱਕ ਉਹਨਾਂ ਨੇ ਇੱਦਾਂ ਰਿਟਾਇਰ ਹੋ ਜਾਣਾ, ਉਹ ਤੱਕ ਰੈਗੂਲਰ ਨਹੀਂ ਹੋ ਪਾਈ ਹੈਗਾ, ਕੋਈ ਬੈਨੀਫਿਟ ਹੀ ਨਹੀਂ ਮਿਲਣਾ ਪੈਨਸ਼ਨ ਦਾ ਇਸ ਲੈਵਲ ਦਾ ਜੀ, ਇੱਦਾਂ ਰਿਟਾਇਰ ਨੇ ਉਹ। ਮਤਲਬ ਤੁਸੀਂ ਕੁੱਲ ਮਿਲਾ ਕੇ ਕਹਿ ਰਹੇ ਹੋ ਕਿ ਜਿਹੜੀਆਂ ਗੈਸਟ ਫੈਕਲਟੀ ਹੈ ਉਹਨਾਂ ਦੇ ਵੀ ਹਾਲਾਤ ਕੋਈ ਵਧੀਆ ਨਹੀਂ ਹੈਗੇ, ਕਿਉਂਕਿ ਆਪਾਂ ਜਦੋਂ UGC ਦੀਆਂ ਗਾਈਡਲਾਈਨ ਦੇਖਦੇ ਹਾਂ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜੀ UGC ਹੈ ਉਹਨਾਂ 1500 ਰੁਪਏ ਲੈਕਚਰ ਦੀ ਗੱਲ ਕੀਤੀ ਹੋਈ ਹੈ, ਪਰ ਜਿਵੇਂ ਤੁਸੀਂ ਦੱਸਿਆ ਕਿ 500 ਰੁਪਈਆ ਦਿੱਤਾ ਜਾ ਰਿਹਾ ਕਾਲਜਾਂ ਦੇ ਵਿੱਚ, ਯੂਨੀਵਰਸਿਟੀ 'ਚ 750, ਗੁਰੂ ਨਾਨਕ ਯੂਨੀਵਰਸਿਟੀ 'ਚ ਅਸੀਂ ਚਲੇ ਜਾਈਏ ਤਾਂ ਉੱਥੇ 600 ਰੁਪਏ ਦੇ ਕਰੀਬ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲੇ ਜਾਈਏ ਉੱਥੇ 1000 ਰੁਪਈਆ ਦਿੰਦੇ ਨੇ। ਤਾਂ ਮਤਲਬ ਫਿਰ ਉੱਥੇ UGC ਹੈ ਜਿਹੜੀ ਇੱਕ ਹਾਇਰ ਅਥਾਰਟੀ ਹੈ ਸਾਰੀਆਂ ਯੂਨੀਵਰਸਿਟੀਆਂ ਦੇ ਉੱਪਰ, ਉਹ ਯੂਨੀਵਰਸਿਟੀਆਂ ਦੇ ਉੱਪਰ ਕਿਉਂ ਮਤਲਬ ਕੋਈ ਐਕਸ਼ਨ ਲੈ ਰਹੀ ਹੈ, ਜਾਂ ਉੱਥੇ UGC ਦੀ ਭੂਮਿਕਾ ਕਿਵੇਂ ਦੀ ਹੈ? ਦੇਖੋ ਜੋ ਆਪਾਂ ਗੱਲ UGC ਦੀ ਕਰਦੇ ਹਾਂ, ਉਹ ਭੂਮਿਕਾ ਕੋਈ ਬਾਹਲੀ ਸਰਕਾਰ ਨਹੀਂ ਹੈਗੀ, ਕਿਉਂਕਿ ਜੋ UGC ਵੀ ਸਰਕਾਰ ਦੇ ਅੰਡਰ ਹੈ। ਸਰਕਾਰ ਦੀ ਨੀਤੀ ਕੀ ਹੈ ਵੀ ਸਿੱਖਿਆ ਨੂੰ ਪ੍ਰਾਈਵੇਟ ਕਰਨਾ ਹੈ। ਪ੍ਰਾਈਵੇਟ ਯੂਨੀਵਰਸਿਟੀ ਨੂੰ ਵੱਧ ਤੋਂ ਵੱਧ ਮਾਨਤਾ ਦਿੱਤੀ ਜਾ ਰਹੀ ਹੈ। ਪਿੱਛੇ ਜੇ ਇੱਕ ਜੀਓ ਯੂਨੀਵਰਸਿਟੀ ਖੁੱਲੀ ਸੀ, ਉਹਨੂੰ ਸਰਕਾਰ ਨੇ 2000 ਕਰੋੜ ਰੁਪਏ ਦਿੱਤਾ ਸੀ, ਉਹ ਯੂਨੀਵਰਸਿਟੀ ਅੱਜ ਤੱਕ ਕਿਤੇ ਲੱਭਦੀ ਨਹੀਂ, ਕਿੱਥੇ ਹੈ ਦੁਨੀਆ 'ਚ, ਕਿਤੇ ਨਹੀਂ ਹੈਗੀ। ਪਰ ਸਰਕਾਰ ਨੇ ਉਹਨੂੰ ਇੱਕ ਐਕਸੀਲੈਂਟ ਰਿਸਰਚ ਦਾ ਦਰਜਾ ਦਿੱਤਾ ਹੋਇਆ ਯੂਨੀਵਰਸਿਟੀ ਨੂੰ, ਵੀ ਰਿਸਰਚ ਕਰਾ ਰਹੀ ਹੈ, ਐਕਸੀਲੈਂਟ ਰਿਸਰਚ ਕਰਾਉਂਦੀ ਹੈ ਉਹਨੂੰ, ਮਤਲਬ A ਗ੍ਰੇਡ ਦੇ ਉੱਤੇ ਗ੍ਰੇਡ ਮਿਲੇ ਹੋਣ ਜਾ ਕੇ ++ A ਕਰਕੇ ਵੀ ਰਿਸਰਚ ਕਰਾਉਂਦੀ ਹੈ। ਪਰ ਯੂਨੀਵਰਸਿਟੀ ਕਿਤੇ ਉਹ ਹੈ ਨਹੀਂ ਗਈ, ਸਰਕਾਰ ਤੋਂ ਗ੍ਰਾਂਟਾਂ ਲੈ ਕੇ, ਫੰਡ ਲੈ ਕੇ, ਸਭ ਕੁਝ ਲੈ ਕੇ, ਜ਼ਮੀਨ ਵੀ ਲੈ ਗਏ ਸਸਤੇ ਰੇਟ ਦੇ ਵਿੱਚ, ਪਰ ਉੱਥੇ ਕੋਈ ਹੋਰ ਪ੍ਰੋਜੈਕਟ ਚੱਲਦੇ ਹੋਣਗੇ ਉਹਨਾਂ ਹੀ ਜਾ ਕੇ। ਇੱਦਾਂ ਹੀ ਜੋ UGC ਦੀ ਕੋਈ ਪਾਲਿਸੀ ਬਾਹਲੀ ਕਾਰਗਰ ਨਹੀਂ ਹੈਗੀ। ਹੁਣ ਜੇ ਪ੍ਰਾਈਵੇਟ ਕਾਲਜ ਦੀ ਗੱਲ ਕਰਦੇ ਹਾਂ ਅਸੀਂ, ਪੰਜਾਬ ਵਿੱਚ ਪ੍ਰਾਈਵੇਟ ਕਾਲਜ ਨੇ, ਇਹਨਾਂ ਉੱਤੇ ਕੋਈ ਰੈਗੂਲੇਟਰ ਬੋਡੀ ਨਹੀਂ ਹੈਗੀ। ਜੀ ਕਰਦਾ ਜਿੰਨੀ ਮਰਜ਼ੀ ਫੀਸ ਵਧਾ ਲੈਣਾ, ਜੀ ਕਰਦਾ ਪ੍ਰੋਫੈਸਰ ਨੂੰ ਜੋ ਮਰਜ਼ੀ ਕੱਢ ਦੇਣਾ, ਸੈਲਰੀ ਜਿੰਨੀ ਮਰਜ਼ੀ ਦੇਣੇ, ਸਾਈਨ ਕਰਾਉਂਦੇ ਨੇ 2100 ਤੇ ਜਾਂ 30,000 ਦੇ ਕਰਾਉਂਦੇ ਨੇ ਕਈਆਂ ਤੋਂ, ਸੈਲਰੀ ਦਿੰਦੇ ਨੇ 10-12,000 ਰੁਪਇਆ, ਤੇ ਇੱਕ ਲੈਕਚਰ ਲੈਂਦੇ ਨੇ ਬੰਦੇ 9-9 ਇੱਕ ਦਿਨ ਦੇ। ਤੇ ਉਹਦੇ ਬਾਅਦ ਐਕਸਟਰਾ ਕੰਮ ਵੀ ਸਾਡੇ ਕਾਲਜ ਤੁਸੀਂ ਕਰੋਗੇ। ਐਕਸਟਰਾ ਕੰਮ ਕੀ ਨੇ? ਰਜਿਸਟਰ ਵਰਕ ਆਏ ਜੋ, ਇਹ ਮੈਂ ਇੱਥੋਂ ਤੱਕ ਵੀ ਇਹ ਵੀ ਜਾਂਦੇ ਜਾਣ ਲੱਗਿਆ ਲੈਕਚਰ ਆਈ ਦੇਖ ਕੇ ਜਾਊਗਾ ਵੀ ਸਾਰੇ ਕਾਲਜ ਨੂੰ ਜਿੰਦੇ ਲੱਗ ਚੁੱਕੇ ਨੇ, ਉਹ ਜ਼ਿੰਮੇਵਾਰੀ ਹੈ। ਮਤਲਬ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਮਾਨਸਿਕ ਤੌਰ ਦੇ ਆਰਥਿਕ ਤੌਰ ਤੇ ਸ਼ੋਸ਼ਣ ਹੋ ਹੀ ਰਿਹਾ ਹੈ, ਮਾਨਸਿਕ ਤੌਰ ਦੇ ਉੱਪਰ ਵੀ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ। ਜਦੋਂ ਇੱਕ ਅਧਿਆਪਕ ਨੂੰ ਇਹ ਗੱਲ ਕਹਿ ਦੇਣੀ ਕਿ ਭਈ ਤੂੰ ਸ਼ਾਮ ਨੂੰ ਜਾਣ ਲੱਗਿਆ ਜਿੰਦਰੇ ਜਾ ਕੇ ਦੇਖ, ਤੂੰ ਜਿਹੜੀਆਂ ਟਰਾਂਸਪੋਰਟ ਹੈ ਬੱਸਾਂ ਦਾ ਖਿਆਲ ਕਰ, ਤੂੰ ਜਿਹੜਾ ਬਾਗ ਨੇ ਉੱਥੇ ਬਗੀਚੇ ਲੱਗੇ ਨੇ ਉਹਨਾਂ ਦਾ ਧਿਆਨ ਰੱਖ। ਅਸੀਂ ਜਦੋਂ ਪ੍ਰੈਕਟੀਕਲੀ ਦੇਖਦੇ ਹਾਂ ਤੇ ਸਾਰੀਆਂ ਆਪਾਂ ਨੂੰ ਵਰਤਾਰੇ ਉੱਥੇ ਨਜ਼ਰ ਆਉਂਦੇ ਨੇ। ਤਾਂ ਜੇ ਹੁਣ ਆਪਾਂ ਦੇਖੀਏ ਕਿ ਤੋ ਜਿਹੜੀਆਂ ਜਥੇਬੰਦੀਆਂ ਨੇ, ਭਾਵੇਂ ਉਹ ਤੁਹਾਡੇ ਸਰਕਾਰੀ ਕਾਲਜ ਬਚਾਓ ਮੰਚ ਦੀ ਆਪਾਂ ਗੱਲ ਕਰ ਲਈਏ, ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ, ਪੰਜਾਬ ਸਟੂਡੈਂਟ ਯੂਨੀਅਨ ਦੀ ਅਸੀਂ ਗੱਲ ਕਰ ਲਈਏ, ਮਤਲਬ ਹਰ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਨੇ ਲੱਗੇ ਹੋਏ ਨੇ, ਉਹ ਆਪਣਾ ਜਿਹੜਾ ਸੰਘਰਸ਼ ਕਰਦੇ ਪਏ ਨੇ।
ਤੇ ਉਹ ਸੰਘਰਸ਼ ਦਾ ਤੁਸੀਂ ਕਿੰਨਾ ਕੁ ਦੇਖਦੇ ਪਏ ਹੋ ਕਿ ਕੀ ਅਜੇ ਤੱਕ ਸਿੱਟਾ ਨਿਕਲਿਆ? ਦੇਖੋ ਜੀ, ਇਹ ਸੰਘਰਸ਼ ਵੱਖ-ਵੱਖ ਪਲੇਟਫਾਰਮ ਤੇ ਹੋ ਰਿਹਾ ਹੈ। ਜੇ ਕਿਤੇ ਨਾ ਮਤ ਥੋੜਾ ਬਹੁਤਾ ਚੱਲ ਵੀ ਰਿਹਾ, ਸੰਘਰਸ਼ ਕਰਕੇ ਚੱਲ ਰਿਹਾ। ਸਰਕਾਰ ਹੁਣ ਕਦੋਂ ਦੀ ਇਹਦਾ ਭੋਗ ਪਾ ਦਿੰਦੀ ਜਾ ਕੇ। ਪਿੱਛੇ ਜੀ ਅਸੀਂ 7 ਸਕੂਲਾਂ ਨੇ ਇਕੱਠੇ ਹੋ ਕੇ ਇੱਕ ਬਣਾਇਆ ਹੈ ਸਰਕਾਰੀ ਕਾਲਜ ਬਚਾਓ ਮੰਚ ਪੰਜਾਬ। ਉਹਦੇ ਤਿੰਨੋਂ ਯੂਨੀਵਰਸਿਟੀ 7 ਸਕੂਲ ਇਕੱਠੇ ਅਸੀਂ ਹੋਏ ਹਾਂ। ਅਸੀਂ 2-3 ਪ੍ਰੋਗਰਾਮ ਕਰ ਚੁੱਕੇ ਹਾਂ। ਇੱਕ ਪ੍ਰੋਗਰਾਮ ਅਸੀਂ ਡਿਗਰੀ ਫੂਕ ਮੁਜ਼ਾਹਰਾ ਕੀਤਾ ਸੀ 3 ਯੂਨੀਵਰਸਿਟੀਆਂ ਵਿੱਚ। ਉਹ ਤੋਂ ਬਾਅਦ ਅਸੀਂ ਜਾ ਕੇ DPI ਕਾਲਜ ਮੂਹਰੇ ਵੀ ਗਏ ਸੀ, ਅੱਜ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਸੀ। ਉਹ ਤੋਂ ਬਾਅਦ ਅਸੀਂ 3 ਤਰੀਕ ਨੂੰ ਜੋ ਵਿਸ਼ੇਸ਼ ਸੈਸ਼ਨ ਸੀ ਵਿਧਾਨ ਸਭਾ ਦਾ, ਅਸੀਂ ਮਟਕਾ ਚੌਂਕ ਜਾ ਕੇ ਪ੍ਰੋਟੈਸਟ ਕੀਤਾ ਸੀ। ਤੇ ਕੱਲ ਅਸੀਂ ਨੇ ਅਧਿਆਪਕ ਦਿਵਸ ਤੇ ਮਤਲਬ ਸਬਜ਼ੀਆਂ ਰੇਹੜੀਆਂ ਲਾ ਕੇ ਵੇਚੀਆਂ ਸੀ। ਅਸੀਂ ਕੰਮ ਕੋਈ ਛੋਟਾ ਵੱਡਾ ਨਹੀਂ ਮੰਨਦੇ ਹੈਗੇ, ਕਿਰਤ ਤੇ ਵੀ ਯਕੀਨ ਕਰਦੇ ਹਾਂ, ਪਰ ਸਾਨੂੰ ਯੋਗਤਾ ਮੁਤਾਬਕ ਕੰਮ ਮਿਲਣਾ ਚਾਹੀਦਾ ਜੀ। ਸਾਨੂੰ ਯੋਗਤਾ ਮੁਤਾਬਕ ਕੰਮ ਨਹੀਂ ਮਿਲ ਰਿਹਾ ਇੱਥੇ। ਅੱਛਾ, ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਅਸੀਂ ਆਮ ਦੇਖਦੇ ਹਾਂ ਕਿ ਅਧਿਆਪਕ ਵਰਗ, ਜਿਵੇਂ ਮੈਂ ਕੱਲ ਹੀ ਦੇਖਦਾ ਪਿਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇੱਕ ਵੱਡੀ ਗਿਣਤੀ ਦੇ ਵਿੱਚ ਇੱਕ ਇਕੱਠ ਵੀ ਹੋਇਆ, ਜਿਹਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਸੀ, ਖੁਜਾਰਥੀ ਸੀ, ਉਹ ਮਤਲਬ ਉੱਥੇ ਦੇਖੇ ਗਏ। ਤਾਂ ਉੱਥੇ ਉਹ ਰੇਹੜੀਆਂ ਲਾ ਕੇ ਮਤਲਬ ਕਰਦੇ ਪਏ ਸੀ ਪ੍ਰਚਾਰ, ਜਾਂ ਇੱਕ ਆਪਣਾ ਵਿਰੋਧ ਦਿਖਾ ਰਹੇ ਸੀ। ਕਿ ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਕੁਝ ਸ਼ਰਮ ਆਈ, ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਕਿ ਮਤਲਬ ਤੁਸੀਂ ਆਪਣਾ ਜਿਹੜਾ ਰੋਸ ਕਰਕੇ ਆ ਗਏ ਪਰ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ? ਦੇਖੋ ਜੀ, ਅਸੀਂ ਸਾਡੇ ਹੁਣ ਤੱਕ ਸਰਕਾਰ ਨੇ ਗੱਲਬਾਤ ਨਹੀਂ ਸੁਣੀ ਹੈਗੀ। ਅਸੀਂ ਮੰਗ ਪੱਤਰ ਦਿੱਤੇ ਨੇ, ਜਿਸ ਨੂੰ ਅਸੀਂ ਜਾ ਕੇ DPI ਕਾਲਜ ਦਾ ਘਿਰਾਓ ਕੀਤਾ ਸੀ। ਉਹ ਤੋਂ ਪਹਿਲਾਂ ਵੀ ਅਖਬਾਰਾਂ 'ਚ ਪੜ੍ਹਦੇ ਰਹੇ ਹਾਂ ਅਸੀਂ ਵੀ ਸਰਕਾਰ ਨੇ 931 ਪ੍ਰੋਫੈਸਰ ਕਾਲਜਾਂ ਵਿੱਚ ਤੇ ਨਵੇਂ ਕਾਲਜਾਂ 160 ਪ੍ਰੋਫੈਸਰਾਂ ਦੀ ਪੋਸਟਾਂ ਸੈਕਸ਼ਨ ਕੀਤੀਆਂ ਹੋਈਆਂ ਨੇ, ਨੋਟੀਫਿਕੇਸ਼ਨ ਕੱਢਿਆ ਹੋਇਆ ਹੈ। ਪਰ ਜੋ DPI ਕਹਿੰਦਾ ਵੀ ਮੇਰੇ ਵੱਲੋਂ ਕਾਰਵਾਈ ਪੂਰੀ ਹੈ ਤੇ ਮੈਂ ਉਹ PPSO ਦਫ਼ਤਰ ਨੂੰ ਪਟਿਆਲੇ ਭੇਜ ਚੁੱਕਿਆ। ਤੇ ਇੱਥੇ ਕਹਿੰਦੇ ਫਿਰ ਉਹ ਚੇਅਰਮੈਨ ਨਹੀਂ ਹੈਗਾ, ਜੇ ਚੇਅਰਮੈਨ ਨਹੀਂ ਹੋਊਗਾ ਤਾਂ ਸਾਈਨ ਨਹੀਂ ਹੋਣਗੇ। ਤੇ ਲਗਭਗ 8 ਸਾਲਾਂ ਤੋਂ ਇਹੀ ਫਾਈਲ ਚੰਡੀਗੜ੍ਹ ਤੋਂ ਪਟਿਆਲੇ, ਪਟਿਆਲੇ ਤੋਂ ਚੰਡੀਗੜ੍ਹ, ਇਹ ਐਦਾਂ ਹੀ ਤੁਰੀ ਫਿਰਦੀ ਹੈ ਜੀ ਆ ਕੇ। ਤੇ ਬਹੁਤ ਸਾਰੇ ਸਾਡੇ ਵਿਦਿਆਰਥੀ ਸਾਥੀ ਇਸ ਕਰਕੇ ਹੀ ਮਤਲਬ ਉਮਰਾਂ ਲੰਘ ਗਈਆਂ ਉਹਨਾਂ ਦੀਆਂ ਵੀ ਅੱਜ ਭਰਤੀ ਆਈ, ਪਰ ਭਰਤੀ ਕੋਈ ਨਹੀਂ ਕਿਤੇ ਜਾ ਰਹੀ ਹੈਗੀ। ਜੇਕਰ ਕੋਈ ਸਾਥੀ ਇਹ ਸੋਚਦਾ ਹੈ ਵੀ ਸਰਕਾਰ ਨੇ ਆਪਣੇ ਆਈ ਭਰਤੀ ਕੱਢ ਦੇਣੀ ਹੈ, ਉਹਨੂੰ ਭੁਲੇਖਾ ਹੈ। 26 ਸਾਲਾਂ ਦੀ ਭਰਤੀ ਆਈ ਨਹੀਂ ਹੈਗੀ ਤੇ ਅੱਗੇ ਵੀ ਇੱਦਾਂ ਆਉਣੀ ਹੈਗੀ। ਜੇਕਰ ਅਸੀਂ ਸੰਘਰਸ਼ ਕਰਾਂਗੇ ਜਾ ਕੇ ਤਾਂ ਹੀ ਇਹਦੇ ਭਰਤੀਆਂ ਆਉਣਗੀਆਂ, ਜਾ ਕੇ ਇਹਨੂੰ ਇਕੱਠੇ ਹੋ ਕੇ ਉਹ ਲੜਨ ਦੀ ਜ਼ਰੂਰਤ ਹੈ ਨੂੰ ਜੀ। ਇੱਕ ਜਿਹੜਾ ਪੱਖ ਹੋਰ ਸਾਡੇ ਕੋਲ ਆਂਦਾ ਵਾ ਸਾਹਮਣੇ ਕਿ ਯੂਨੀਵਰਸਿਟੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੈਸਟ ਫੈਕਲਟੀ ਦੇ ਨਾਲ ਚਲੋ ਥੋੜਾ ਬਹੁਤਾ ਰੁਜ਼ਗਾਰ ਮਿਲ ਜਾਂਦਾ ਹੈ, ਕਿ ਚਲੋ 7-8 ਮਹੀਨੇ ਹੀ ਉਹਨਾਂ ਨੂੰ ਮਿਲਦਾ ਵਾ, ਕਿਸੇ ਨੂੰ ਲੈਕਚਰ ਘੱਟ ਮਿਲ ਗਏ, ਵੱਧ ਮਿਲ ਗਏ। ਉੱਥੇ ਇੱਕ ਆਪਾਂ ਨੂੰ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਯੂਨੀਵਰਸਿਟੀ 'ਚੋਂ ਰਿਟਾਇਰਡ ਪ੍ਰੋਫੈਸਰ ਨੇ ਉਹ ਵੀ ਯੂਨੀਵਰਸਿਟੀ ਛੱਡਣ ਦਾ ਨਾਂ ਨਹੀਂ ਲੈ ਰਹੇ। ਉਹ ਮਤਲਬ ਆਪਾਂ ਕਹਿ ਦਈਏ ਕਿ ਜਦੋਂ ਅਸੀਂ ਜਾਂਦੇ ਹਾਂ ਯੂਨੀਵਰਸਿਟੀ ਦੇ ਵਿੱਚ ਮਤਲਬ ਸਰਵੇ ਕਰਨ ਜਾਂਦੇ ਹਾਂ ਜਾਂ ਦੇਖਣ ਜਾਂਦੇ ਹਾਂ ਤਾਂ ਉੱਥੇ ਮਤਲਬ ਅਸੀਂ ਦੇਖਦੇ ਹਾਂ ਕਿ ਉਹ ਜੋਕਾਂ ਵਾਂਗੂ ਚੰਬੜੇ ਹੋਏ ਨੇ। ਤਾਂ ਇਹ ਮਤਲਬ ਗੱਲ ਦੇ ਵਿੱਚ ਕਿੰਨੀ ਕੁ ਇਹਦਾ ਤੁਸੀਂ ਸਮਝਦੇ ਹੋ ਵਜਨ ਹੈ? ਦੇਖੋ ਜੀ, ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦਾ, ਕੁਝ ਪ੍ਰੋਫੈਸਰਾਂ ਦਾ ਇਹ ਹਾਲ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਲਗਭਗ ਲੱਖ ਰੁਪਏ ਪੈਨਸ਼ਨ ਲੈ ਰਿਟਾਇਰਮੈਂਟ ਤੋਂ ਬਾਅਦ 15-15000 ਰੁਪਏ ਦੇ ਗੈਸਟ ਫੈਕਲਟੀ ਦੁਬਾਰਾ ਯੂਨੀਵਰਸਿਟੀ ਡਿਪਾਰਟਮੈਂਟ ਪੜ੍ਹਾਉਣ ਆ ਗਈ। 15-15000 ਰੁਪਏ ਜੀ ਵੀ ਉਹ ਵੀ ਕੋਈ ਗੈਸਟ ਮਤਲਬ ਆਮ ਨਵੇਂ ਬੱਚੇ ਨੂੰ ਰੁਜ਼ਗਾਰ ਨਾ ਮਿਲ ਜੇ, ਆਪ ਹੀ ਲੱਗੇ ਦੁਬਾਰੇ ਪੜ੍ਹਾਉਣਾ 15-15000 ਰੁਪਏ ਜੀ ਵੀ ਆ ਕੇ ਕੋਈ ਲਿੰਕ ਲੈਣਾ ਉਹਨਾਂ ਦੀ ਤਾਂ। ਹਾਂਜੀ, ਅੱਜ ਰਿਟਾਇਰ ਹੋਇਆ ਨਾ ਕੱਲ ਨੂੰ ਆਪਦਾ ਗੈਸਟ ਫੈਕਲਟੀ ਬਣਾਉਣ ਆ ਗਿਆ ਨਾਲ ਦੀ ਨਾਲ ਹੀ। ਤੂੰ ਆਪ ਹੀ ਡਿਪਾਰਟਮੈਂਟ ਦਾ ਹੈੱਡ ਸੀ ਪਹਿਲਾਂ, ਉਹ ਪਹਿਲਾਂ ਅਗਲੇ ਦਿਨ ਹੈੱਡ ਕੋਈ ਹੋਰ ਆਇਆ, ਉਹਦਾ ਇੱਕ ਨਾਲ ਦਾ ਹੀ ਕੁਲੀਗ, ਤੇ ਉਹਨੂੰ ਦੁਬਾਰੇ ਉਹਨੂੰ ਗੈਸਟ ਫੈਕਲਟੀ ਰੱਖ ਲਿਆ ਜੀ। ਹਾਂ, ਕਿਉਂਕਿ ਇਹਦੇ ਵਿੱਚ ਅਸੀਂ ਇੱਕ ਜਦੋਂ ਦੇਖਦੇ ਹਾਂ ਨਾ ਗੱਲ ਜਾ ਕੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰ ਲਈ, ਉੱਥੇ ਜਿਹੜੇ ਰਿਟਾਇਰਡ ਪ੍ਰੋਫੈਸਰ ਨੇ ਉਹਨਾਂ ਨੂੰ ਇੰਟਰਵਿਊ ਵੀ ਨਹੀਂ ਦੇਣੀ ਪੈਂਦੀ, ਲਾਈਕ ਜਿਵੇਂ ਕਿ ਦੂਸਰੇ ਗੈਸਟ ਫੈਕਲਟੀ ਵਾਲਿਆਂ ਨੂੰ ਦੇਣੀ ਪੈਂਦੀ ਆ। ਮਤਲਬ ਇਹ ਜਿਹੜੀ ਸਮੱਸਿਆ ਵਾ ਰਿਟਾਇਰਡ ਪ੍ਰੋਫੈਸਰਾਂ ਦਾ ਯੂਨੀਵਰਸਿਟੀ ਨਾ ਛੱਡਣਾ ਆਪਣੇ ਨਿੱਜੀ ਹਿੱਤਾਂ ਵਾਸਤੇ, ਜਾਂ ਆਪਾਂ ਕਹਿ ਲਈਏ ਕਿ ਕਈ ਪ੍ਰੋਫੈਸਰ ਐਵੇਂ ਦੇ ਨੇ ਜਿਹੜੇ ਆਪਾਂ ਨੂੰ ਦਲਾਲੀਆਂ ਕਰਦੇ ਵੀ ਨਜ਼ਰ ਆ ਜਾਂਦੇ ਨੇ। ਉਹਨਾਂ ਦਾ ਆਚਰਣ ਕਿਵੇਂ ਦਾ ਵਾ, ਕਈਆਂ ਦਾ, ਆਪਾਂ ਸਾਰੇ ਅਧਿਆਪਕ ਮਾੜੇ ਨਹੀਂ ਹੈ, ਇੱਥੋਂ ਯੂਨੀਵਰਸਿਟੀ 'ਚੋਂ ਬਹੁਤ ਵੱਡੇ ਵਿਦਵਾਨ ਪੈਦਾ ਕੀਤੇ ਨੇ ਇਹਨਾਂ ਯੂਨੀਵਰਸਿਟੀਆਂ ਨੇ, ਪਰ ਕਈਆਂ ਦੇ ਮਤਲਬ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਤਾਂ ਤੁਹਾਨੂੰ ਲੱਗਦਾ ਕਿ ਜੇ ਰਿਟਾਇਰਡ ਪ੍ਰੋਫੈਸਰਾਂ ਨੂੰ ਕੱਢ ਦਿੱਤਾ ਜਾਵੇ ਤਾਂ ਚਲੋ ਗੈਸਟ ਫੈਕਲਟੀ ਦੇ ਸਹੀ ਕੁਝ ਨਵੇਂ ਜਿਹੜੇ ਮਤਲਬ ਨੌਜਵਾਨ ਵਰਗ ਆ ਉਹਨੂੰ ਕੰਮ ਮਿਲ ਸਕਦਾ ਹੈ? ਦੇਖੋ ਜੀ, ਉਹ ਤਾਂ ਇਹੋ ਜਿਹੇ ਪ੍ਰੋਫੈਸਰ ਜੋ ਕੋਈ ਲੱਗਦਾ ਰਿਟਾਇਰਮੈਂਟ ਤੋਂ ਬਾਅਦ ਵੀ ਉਹਨੂੰ ਆਪਣੇ ਆਪ ਸੋਚਣਾ ਚਾਹੀਦਾ ਗੱਲ ਲਈ। ਹਾਂਜੀ, ਵੀ ਬਹੁਤ ਟਾਈਮ ਉਹਨੇ ਮਤਲਬ ਸਰਵਿਸ ਕਰ ਲਈ 60 ਸਾਲ ਤੇ ਹੁਣ ਛੱਡ ਦੇਣਾ ਚਾਹੀਦਾ। ਕੋਈ ਹੋਰ ਮਤਲਬ ਠੀਕ ਹੈ, ਸਭ ਪ੍ਰੋਫੈਸਰ ਕੋਲ ਬਹੁਤ ਸਾਰੇ ਪਲੇਟਫਾਰਮ ਹੁੰਦੇ ਨੇ, ਬੁੱਧੀਜੀਵੀ ਵਰਗ ਹੈ, ਬੁੱਕਸ ਲਿਖ ਸਕਦਾ, ਆਪਦਾ ਸਮਾਜ ਨੂੰ ਦੇਣ ਦੇ ਸਕਦਾ ਹੈ, ਚੰਗੀ ਸਨਾਹਤ ਦੇ ਕੋਈ ਚੀਜ਼ ਕਰਕੇ ਉਹ ਕਰ ਸਕਦੇ ਨੇ ਜਾ ਕੇ। ਇੱਦਾਂ ਸਪੇਸ ਉਹਨਾਂ ਪੈਸਾ ਵੀ ਹੈਗਾ, ਟਾਈਮ ਵੀ ਹੈਗਾ, ਇੱਕ ਨੌਲੇਜ ਵੀ ਹੈਗੀ ਹੈ, ਇੱਕ ਸਟੇਟਸ ਵੀ ਹੈਗਾ, ਉਹ ਕਰ ਸਕਦੇ ਨੇ। ਪਰ ਜੇਕਰ ਕੋਈ ਇਹ 15-20000 ਰੁਪਏ ਦੁਬਾਰਾ ਚਿੰਬੜਾ ਹੀ ਰਹਿੰਦਾ ਹੈ, ਮੈਨੂੰ ਲੱਗਦਾ ਵੀ ਕੋਈ ਬਹੁਤੀ ਸਿਆਣਪ ਦਾ ਸਬੂਤ ਹੈ। ਮੈਂ ਉਹਨੂੰ ਇੱਕ ਸਿਰਫ ਮਨੀ ਮਾਈਂਡਡ ਹੀ ਮੰਨ ਸਕਦੇ, ਉਹਨੂੰ ਕੋਈ ਪ੍ਰੋਫੈਸਰ ਨਹੀਂ ਮੰਨ ਸਕਦੇ। ਜੋ ਪ੍ਰੋਫੈਸਰ ਦੀ ਪਰਿਭਾਸ਼ਾ ਉਹਦੇ ਵਿੱਚ ਨਹੀਂ ਉਹ ਢੁਕਦੇ ਆ ਗਏ। ਤੇ ਕੁਝ ਪ੍ਰੋਫੈਸਰਾਂ ਨੂੰ ਅਸੀਂ ਜਦੋਂ ਦੇਖਦੇ ਹਾਂ ਤੇ ਉਹ ਇਹ ਗੱਲ ਕਹਿੰਦੇ ਸਾਨੂੰ ਨਜ਼ਰ ਆਉਂਦੇ ਆ ਕਿ ਅਸੀਂ ਤੇ ਯੂਨੀਵਰਸਿਟੀ ਵਿੱਚ ਫ੍ਰੀ 'ਚ ਸੇਵਾਵਾਂ ਦੇ ਰਹੇ ਹਾਂ, ਅਸੀਂ ਤੇ ਫ੍ਰੀ ਦੇ ਵਿੱਚ ਲੈਕਚਰ ਲਾ ਰਹੇ ਹਾਂ।
ਦੇਖੋ ਜੀ ਕੁਝ ਕੁ ਹੋ ਸਕਦੇ ਲਾਉਂਦੇ ਹੋਣਗੇ ਜਾ ਕੇ, ਹੂੰ ਪਰ ਫ੍ਰੀ ਦਾ ਇਹ ਨਾ ਹੋਏ ਵੀ ਜੋ ਤੁਹਾਡੇ ਨਵੇਂ ਰੁਜ਼ਗਾਰ ਬੱਚੇ ਆ ਰਹੇ ਨੇ ਉਹਨਾਂ ਦਾ ਥੋੜਾ ਰੁਜ਼ਗਾਰ ਖੋਲੋ ਫ੍ਰੀ ਕਰਕੇ, ਹੂੰ ਤੁਸੀਂ ਰੁਜ਼ਗਾਰ ਹੀ ਖੋਲਣ ਜਾ ਕੇ ਉਹਨਾਂ ਦਾ। ਹੂੰ ਅੱਜ ਤੁਸੀਂ ਫ੍ਰੀ ਲਾ ਰਹੇ ਹੋ, ਤੁਸੀਂ 5-4 ਸਾਲ ਲਾ ਲਓਗੇ, ਸਰਕਾਰ ਦੀ ਨਿੱਜੀਕਰਨ ਦੀ ਪਾਲਿਸੀ ਕਾਮਯਾਬ ਹੋਊਗੀ, ਕਿਤੇ ਬਾਅਦ ਚ ਇਹ ਨਾ ਹੋਵੇ ਵੀ ਤੁਹਾਨੂੰ ਉੱਥੇ ਇੱਕ ਵੀ ਰੈਗੂਲਰ ਪ੍ਰੋਫੈਸਰ ਨਾ ਲੱਭੇ, ਸਾਰੇ ਹੀ ਇਦਾਂ ਹੀ ਕੰਟਰੈਕਟ ਬੇਸ ਤੇ ਲੱਭਣ ਜਾ ਕੇ, ਕੋਰਸ ਪ੍ਰਾਈਵੇਟ ਹੋ ਜਾਣ। ਕੱਲ ਨੂੰ ਇਹ ਨਾ ਹੋਵੇ ਵੀ ਯੂਨੀਵਰਸਿਟੀ ਮੂਹਰੇ ਡਾਨੀ ਜਾਂ ਡਵਾਨੀ ਯੂਨੀਵਰਸਿਟੀ ਲਿਖੀ ਜਾਵੇ ਪੰਜਾਬੀ ਦੇ ਮੂਹਰੇ। ਆਪਾਂ ਜਦੋਂ ਦੇਖਦੇ ਹਾਂ ਪੰਜਾਬ ਸਰਕਾਰ ਪੰਜਾਬੀ ਦੀ ਵੱਡੀ ਦਾਅਵਾ ਠੋਕਦੀ ਹੈ ਵੀ ਠੇਕੇਦਾਰ ਪੰਜਾਬੀ ਦੇ ਅਸੀਂ, ਹਾਂਜੀ ਪਰ ਸਰਕਾਰੀ ਕਾਲਜਾਂ ਦੇ ਵਿੱਚ ਲਗਭਗ 250 ਦੇ ਉੱਤੇ ਪੰਜਾਬੀ ਪ੍ਰੋਫੈਸਰਾਂ ਦੀ ਪੋਸਟਾਂ ਸੈਂਕਸ਼ਨ ਨੇ, ਪਰ ਸਿਰਫ ਪ੍ਰੋਫੈਸਰ ਅੱਜ ਕੰਮ ਕਰ ਰਹੇ 18 ਪੋਸਟਾਂ ਖਾਲੀ ਪਈਆਂ ਪੰਜਾਬੀ ਦੀਆਂ ਵੀ, ਕਿਤੇ ਵੀ ਨਹੀਂ ਹੈਗਾ। ਮਤਲਬ ਕੁੱਲ ਮਿਲਾ ਕੇ ਜੇ ਆਪਾਂ ਇਹ ਗੱਲ ਕਰੀਏ ਕਿ ਆਪਾਂ ਇਹ ਗੱਲ ਤੋਂ ਇਨਕਾਰ ਹੀ ਨਹੀਂ ਹੈਗੇ ਕਿ ਜੇ ਅੱਜ ਅਧਿਆਪਕ ਵਰਗਾ ਜਿਹੜਾ ਅਧਿਆਪਕ ਵਰਗ ਨਵਾਂ ਹੈ ਉਹਦਾ ਜੇ ਅੱਜ ਬੇੜਾ ਗਰਕ ਹੋਇਆ ਤੇ ਉਹਦੇ ਵਿੱਚ ਜਿਹੜੇ ਪੁਰਾਣੇ ਪ੍ਰੋਫੈਸਰ ਨੇ ਉਹਨਾਂ ਦੀ ਵੱਡੀ ਭੂਮਿਕਾ ਹੈਗੀ ਹੈ, ਉਹਨਾਂ ਦੀ ਸ਼ਮੂਲੀਅਤ ਨੂੰ ਆਪਾਂ ਜਿਹੜਾ ਇਨਕਾਰ ਹੀ ਨਹੀਂ ਹੋ ਸਕਦੇ। ਦੇਖੋ ਜੇ ਇਹ ਵਿੱਚ ਸਾਰੇ ਪ੍ਰੋਫੈਸਰ ਤਾਂ ਐਵੇਂ ਦੇ ਹੈਗੇ, ਇੱਕੀ ਦੁੱਗੀ ਹੈਗੇ ਨੇ, ਉਹਨਾਂ ਕਾਰਨ ਕਿ ਇਹਨਾਂ ਦੇ ਆਪਦੇ ਪ੍ਰਾਈਵੇਟ ਕਾਲਜ ਮਿਲ ਗਏ ਪ੍ਰੋਫੈਸਰਾਂ ਦੇ, ਤਾਂ ਔਰ ਯੂਨੀਵਰਸਿਟੀ ਥੋੜੀ ਜਿਹੀ ਬੈਠੇ ਨੇ। ਜਦੋਂ ਪਾਲਿਸੀ ਐਵੇਂ ਦੀ ਹੁੰਦੀ ਹੈ ਵੀ ਕਾਲਜ ਬੰਦ ਕਰ ਦਿਓ ਸਰਕਾਰੀ ਜੀ, ਬੱਚੇ ਘੱਟ ਨੇ ਉੱਥੇ, ਜੋ ਟੀਚਰ ਰੱਖਣਾ ਉਹਨੂੰ 10-12 ਹਜ਼ਾਰ ਰੁਪਏ ਦੇਣਾ ਹੈ, ਕਿਉਂਕਿ ਜੇ ਦੂਜੇ ਵੱਧ ਸਰਕਾਰੀ ਕਾਲਜ 20-21 ਦੇਊਗਾ 30 ਦੇਊਗਾ ਜਾ ਕੇ, ਫਿਰ ਪ੍ਰਾਈਵੇਟ ਕਾਲਜ ਦਬਾਅ ਬਣਦਾ ਜਾ ਕੇ ਵੀ ਤੁਸੀਂ ਵੀ 30 ਦਿਓ। ਜੇ ਹੁਣ ਸਰਕਾਰੀ ਕਾਲਜ ਹੀ ਮਤਲਬ ਸਰਕਾਰ ਯੂਨੀਵਰਸਿਟੀ 10-15 ਹਜ਼ਾਰ ਰੁਪਏ ਦੇ ਰਿਹਾ, ਪ੍ਰਾਈਵੇਟ ਦਾ 10-15 ਹਜ਼ਾਰ ਰੁਪਏ ਦੇਊਗਾ ਜਾ ਕੇ। ਠੀਕ ਹੈ, ਅੱਛਾ ਇੱਕ ਚਲੋ ਇਹ ਸਾਰੀਆਂ ਆਪਾਂ ਗੱਲਾਂ ਕੀਤੀਆਂ, ਇੱਕ ਪਿੱਛੇ ਜਿਹੜਾ ਆਪਣਾ ਕਰੋਨਾ ਟਾਈਮ ਪੀਰੀਅਡ ਚੱਲਿਆ ਇਹਦੇ ਵਿੱਚ ਹਰੇਕ ਵਰਗ ਨੂੰ ਬੜਾ ਸੰਤਾਪ ਭੋਗਣਾ ਪਿਆ, ਕਿਉਂਕਿ ਜਿਹੜੀਆਂ ਸਾਡਾ ਪ੍ਰਸ਼ਾਸਨ ਸੀ, ਸਾਡੇ ਅਦਾਰੇ ਸੀ, ਉਹਨਾਂ ਨੇ ਲੋਕਾਂ ਨੂੰ ਕੁੱਟਿਆ ਵੀ ਤੇ ਲੁੱਟਿਆ ਵੀ। ਖਾਸ ਕਰਕੇ ਅਸੀਂ ਇੱਕ ਮਤਲਬ ਜਿਹੜੇ ਕਾਨੂੰਨ ਦੇ ਰਖਵਾਲਿਆਂ ਦੀ ਗੱਲ ਕਰ ਲਈਏ, ਅਧਿਆਪਕ ਵਰਗ ਦੇ ਉੱਪਰ ਕਰੋਨਾ ਕਾਲ ਦਾ ਕਿੰਨਾ ਕੁ ਪ੍ਰਭਾਵ ਪਿਆ, ਖਾਸ ਕਰਕੇ ਅਸੀਂ ਜਿਹੜੇ ਕੰਟਰੈਕਟ ਵਾਲੇ ਗੈਸਟ ਫੈਕਲਟੀ ਵਾਲੇ ਦੀ ਗੱਲ ਕਰਦੇ ਹਾਂ। ਦੇਖੋ ਜੀ ਜਦੋਂ ਕਰੋਨਾ ਆਇਆ ਦੁਨੀਆ 'ਚ ਬਿਮਾਰੀ ਆਈ, ਇੱਕ ਮਹਾਮਾਰੀ ਆਈ, ਹਿੰਦੁਸਤਾਨ 'ਚ ਵੀ ਆਈ ਹੈ ਸਰਕਾਰ ਦੀਆਂ ਨਲਾਇਕੀਆਂ ਕਰਕੇ, ਪਰ ਸਰਕਾਰ ਨੇ ਇਸ ਬਿਮਾਰੀ ਨੂੰ ਇੱਕ ਆਪਦਾ ਅਫਸਰ ਮੋਦੀ ਕਹਿੰਦਾ ਵੀ ਇਹਨੂੰ ਮਤਲਬ ਮੌਕੇ ਤੇ ਵਰਤੋ, ਇਹਨਾਂ ਨੇ ਪੋਲੀਟੀਕਲ ਤੌਰ ਤੇ ਮੌਕੇ ਤੌਰ ਤੇ ਵਰਤ ਲਿਆ ਇਹਨੂੰ। ਕੀਤਾ ਕਿ ਇਹਨਾਂ ਨੇ ਇਸ ਦੌਰਾਨ ਇਹ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਨੇ। ਉਹ ਕੀ ਗੱਲ ਕਹਿੰਦੇ ਵੀ ਕਾਲਜ ਪ੍ਰਾਈਵੇਟ ਹੋਣੇ ਚਾਹੀਦੇ ਨੇ, ਜੇ ਕੋਈ ਕਾਲਜ ਵਿੱਚ 5000 ਤੋਂ ਘੱਟ ਸੰਖਿਆ 2000 ਤੋਂ ਘੱਟ ਕਾਲਜ ਬੰਦ ਹੋਊਗਾ, ਉਹ ਕਾਲਜ ਨਹੀਂ ਚੱਲਣਾ ਹੈਗਾ। ਤੇ ਪੰਜਾਬ ਦੇ ਬਹੁਤ ਸਾਰੇ ਕਾਲਜ ਜਿਵੇਂ ਜਿੱਥੇ ਗਿਣਤੀ 1000 ਤੋਂ ਵੱਧ ਨਹੀਂ ਕਾਲਜਾਂ 'ਚ ਹੈਗੀ, ਬੰਦ ਹੋਣਗੇ ਜਾ ਕੇ। ਤੇ ਇਸ ਦੇ ਨਾਲ ਇੱਕ ਉਹਨਾਂ ਵਿੱਚ ਹੋਰ ਪ੍ਰੋਵੀਜ਼ਨ ਹੈ ਵੀ ਅਸੀਂ ਆਨਲਾਈਨ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਹੈ। ਕਰੋਨਾ ਟਾਈਮ ਵਿੱਚ ਸਰਕਾਰ ਨੂੰ ਇਹ ਮੌਕਾ ਮਿਲ ਗਿਆ ਆਨਲਾਈਨ ਐਜੂਕੇਸ਼ਨ ਦਾ। ਜਦੋਂ ਆਨਲਾਈਨ ਐਜੂਕੇਸ਼ਨ ਦੀ ਗੱਲ ਆਈ, ਪ੍ਰਾਈਵੇਟ ਕਾਲਜਾਂ ਨੇ, ਯੂਨੀਵਰਸਿਟੀ ਕਾਲਜਾਂ ਨੇ ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰ ਜੇ ਨਾ ਹਟਾਤਾ। ਜੇ ਕਾਲਜ ਦੇ ਵਿੱਚ 200 ਬੱਚਾ ਹੈ, 2 ਪ੍ਰੋਫੈਸਰ ਰੱਖੇ ਇਹਨਾਂ ਨੇ, ਉਹਨਾਂ ਨੂੰ ਇਕੱਠਾ ਕੇ ਇੱਕ ਰੱਖ ਲਿਆ ਇਹਨਾਂ ਨੇ, ਕਿਉਂ ਆਨਲਾਈਨ ਰਾਹੀਂ ਤਾਂ ਇੱਕ ਟੀਚਰ 500 ਬੱਚੇ ਨੂੰ ਪੜ੍ਹਾ ਸਕਦਾ ਹੈ, ਪਰ ਆਫਲਾਈਨ 500 ਨਹੀਂ ਪੜ੍ਹਾ ਸਕਦਾ ਹੈਗਾ ਜਾਂ ਕਰਕੇ। ਇਸ ਕਰਕੇ ਇਹਨਾਂ ਨੇ ਸ਼ਾਂਤੀ ਕਰਤੀ ਪ੍ਰੋਫੈਸਰਾਂ ਦੀ, ਉਹਨਾਂ ਅੱਜ ਤੱਕ ਮੁੜ ਕੰਮ ਤੇ ਨਹੀਂ ਬੁਲਾਇਆ ਹੈਗਾ, ਤੇ ਘਰ ਬੈਠੇ ਨੇ ਜਾ ਕੇ। ਆਨਲਾਈਨ ਕਾਲਜ ਸਕੂਲ ਖੁੱਲ ਗਏ ਪੰਜਾਬ ਦੇ, ਨਰਸਰੀ ਤੋਂ ਲੈ ਕੇ +2 ਤੱਕ, ਪਰ ਅੱਜ ਤੱਕ ਕਾਲਜ ਨਹੀਂ ਖੁੱਲੇ ਹੈਗੇ, ਕਾਲਜ ਬੰਦ ਪਏ ਨੇ। ਸਰਕਾਰ ਨੇ ਕੋਈ ਨੋਟੀਫਿਕੇਸ਼ਨ ਨਹੀਂ ਕੱਢਿਆ ਕਾਲਜ ਬਾਰੇ। ਪੰਜਾਬ ਯੂਨੀਵਰਸਿਟੀ ਬੰਦ ਪਈ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋਪਰ ਨਹੀਂ ਖੁੱਲੀ ਹੈਗੀ, ਪੰਜਾਬੀ ਯੂਨੀਵਰਸਿਟੀ ਪ੍ਰੋਪਰ ਨਹੀਂ ਖੁੱਲੀ ਹੈਗੀ, ਬੰਦ ਪਈਆਂ ਨੇ, ਉਹ ਸਾਰੇ ਕੋਈ ਚਲਾਈ ਨਹੀਂ ਹੈਗੀ। ਇਹ ਸਿਰਫ ਆਨਲਾਈਨ ਪੜ੍ਹਾਈ ਜਾ ਰਹੀ ਹੈ। ਆਨਲਾਈਨ ਦਾ ਨੁਕਸਾਨ ਤਾਂ ਟੀਚਰ ਵਰਗ ਨੂੰ ਹੋਇਆ, ਵਿਦਿਆਰਥੀ ਵਰਗ ਨੂੰ ਵੀ ਹੋਇਆ, ਦੋਨੇ ਨੂੰ ਹੋਇਆ ਜੀ ਆ ਕੇ। ਅੱਛਾ ਚਲੋ ਇਹ ਸਾਰੇ ਦੇ ਵਿੱਚ ਆਪਾਂ ਦੇਖਦੇ ਪਏ ਆ ਕਿ ਜਦੋਂ ਕਾਲਜਾਂ ਦੇ ਵਿੱਚ ਅਧਿਆਪਕ ਦੇਖੋ ਉਦੋਂ ਹੀ ਉਹ ਪੜ੍ਹਾਏਗਾ ਵਧੀਆ ਤਰੀਕੇ ਦੇ ਨਾਲ ਜਦੋਂ ਉਹਨੂੰ ਪੂਰਾ ਜਿਹੜਾ ਮਾਣ ਭੱਤਾ ਮਿਲੇਗਾ, ਪੂਰੀ ਤਨਖਾਹ ਮਿਲੇਗੀ। ਹੁਣ ਇੱਕ ਜਿਹੜਾ ਅਧਿਆਪਕ ਹੈ ਉਹਨੂੰ 1500 ਦੀ ਜਗ੍ਹਾ 750 ਰੁਪਇਆ ਦੇ ਰਹੇ ਨੇ, ਉਹ ਵੀ ਜਾ ਕੇ ਕਾਫੀ ਸਮੇਂ ਬਾਅਦ। ਤਾਂ ਇਹਦਾ ਜਿਹੜਾ ਪ੍ਰਭਾਵ ਹੈ ਸਿੱਧੇ ਤੌਰ ਦੇ ਉੱਪਰ ਜਿਹੜਾ ਵਿਦਿਆਰਥੀਆਂ ਦੇ ਉੱਪਰ ਵੀ ਪੈ ਰਿਹਾ ਹੈ। ਤਾਂ ਤੁਸੀਂ ਇਸ ਮਤਲਬ ਜਿਹੜੀ ਗੱਲ ਹੈ ਇਹਨੂੰ ਕਿਸ ਨਜ਼ਰੀਏ ਤੋਂ ਦੇਖਦੇ? ਦੇਖੋ ਜੀ ਵਿਦਿਆਰਥੀ ਭਰਾ ਦੀ ਬਾਅਦ ਗੱਲ ਕਰਾਂਗੇ। ਮੈਂ ਇੱਕ ਤੁਹਾਨੂੰ ਗੱਲ ਸੁਣਾਉਣਾ ਚਾਹੁੰਦਾ ਕਾਲਜ ਦੀ ਘਟਨਾ ਇੱਕ। ਮੈਂ ਉਸ ਕਾਲਜ ਗਿਆ ਹੋਇਆ, ਕੰਮ ਸੀ ਕੋਈ ਮੈਨੂੰ, ਸਵੇਰੇ 10 ਵਜੇ ਦੀ ਟਾਈਮ ਸੀ। ਗੈਸਟ ਫੈਕਲਟੀ ਪ੍ਰੋਫੈਸਰ ਅੰਦਰ ਐਂਟਰ ਹੁੰਦਾ ਹੈ, ਮਤਲਬ ਗੇਟ 'ਤੇ ਉਹਨੂੰ ਪੀਣਾ ਰੋਕ ਲੈਂਦਾ ਹੈ ਵੀ ਤੁਸੀਂ ਕਾਲਜ 'ਚ ਐਂਟਰ ਨਹੀਂ ਹੋਣਾ ਹੈਗਾ, ਤੁਹਾਨੂੰ ਕੱਢ ਦਿੱਤਾ ਗਿਆ ਕਾਲਜ ਵਿੱਚੋਂ। ਉਹ ਕਹਿੰਦੇ ਕੱਢਿਆ ਮੈਨੂੰ ਕਿਉਂਕਿ ਮੈਂ ਜਾ ਕੇ ਪ੍ਰਿੰਸੀਪਲ ਪੁੱਛਦਾ ਲੈਵਾਂ ਜਾ ਕੇ। ਉਹ ਕਹਿੰਦੀ ਪੁੱਛਣਾ ਵੀ ਤੂੰ ਨਹੀਂ ਅੰਦਰ ਜਾ ਕੇ ਹੈਗਾ। ਤੇ ਅੱਜ ਤੱਕ ਉਹ ਪ੍ਰੋਫੈਸਰ ਨੂੰ ਗੱਲ ਦਾ ਨਹੀਂ ਪਤਾ ਵੀ ਕੱਢਿਆ ਨੂੰ ਕਿਉਂ ਗਿਆ ਕਾਲਜ ਤੋਂ, ਅੱਜ ਤੱਕ ਨਹੀਂ ਪਤਾ ਹੈਗਾ। ਤੇ ਜੋ ਬੱਚਿਆਂ ਦਾ ਪ੍ਰਭਾਵ ਹੈ, ਬੱਚਿਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਮਾੜਾ ਪੈ ਰਿਹਾ ਜਾ ਕੇ। ਜੇਕਰ ਬੱਚਿਆਂ ਦੀ ਪੜ੍ਹਾਈ ਨਹੀਂ ਹੋਊਗੀ, ਰੈਗੂਲਰ ਪ੍ਰੋਫੈਸਰ ਨਹੀਂ ਹੋਣਗੇ, ਜਾਂ ਕੋਈ ਮਤਲਬ ਆਨਲਾਈਨ ਐਜੂਕੇਸ਼ਨ ਹੋਣੀ ਹੈ, ਕੱਲ ਨੂੰ ਬੱਚੇ ਨੇ ਕੋਈ ਜਾ ਕੇ ਟੈਸਟ ਦੇਣਾ ਕੰਪੀਟੀਸ਼ਨ ਜਾ ਕੇ, ਫਿਰ ਉਹ ਕਿਵੇਂ ਜਾ ਕੇ ਉੱਥੇ ਕੰਪੀਟ ਕਰੂ ਜਾ ਕੇ ਅਦਰ ਸਟੇਟਾਂ ਨੂੰ ਜਾ ਕੇ, ਨਹੀਂ ਕਰ ਸਕਦੇ ਹੈਗੇ ਜਾ ਕੇ। ਬੱਚੇ ਬਾਹਰ ਨੂੰ ਭੱਜਦੇ ਨੇ। ਹੁਣ ਬਾਹਰਲੇ ਕੰਟਰੀ ਬਹੁਤ ਲੰਬਾ ਟਾਈਮ ਨਹੀਂ ਉੱਠਣਗੇ ਆਪਾਂ ਨੂੰ, ਉਹਨਾਂ ਦੀ ਇੱਕ ਲਿਮਿਟ ਹੱਦ ਹੈ। ਆਪਣੇ ਜਿਹੜੇ ਵਰਕਰ ਸੀ ਰੱਖ ਲਏ, ਪੂਰੇ ਕਰ ਲਏ, ਬਾਕੀ ਪੰਜਾਬ 'ਚ ਰਹਿਣਾ ਪੈਣਾ ਹੈ, ਪੰਜਾਬ 'ਚ ਇੱਥੇ ਕੰਮ ਕਰਨਾ ਪੈਣਾ ਹੈ।
ਇਹ ਲੜਾਈ ਪੰਜਾਬ ਦੇ ਲੋਕਾਂ ਨੂੰ ਲੜਨੀ ਚਾਹੀਦੀ ਹੈ ਵੀ ਸਾਡਾ ਐਜੂਕੇਸ਼ਨ ਦਾ ਸਿਸਟਮ ਹੈ, ਸਰਕਾਰ ਸੁਧਾਰੇ ਉਹਨੂੰ, ਉਹਦੇ ਵਿੱਚ ਰੈਗੂਲਰ ਪ੍ਰੋਫੈਸਰ ਭਰਤੀ ਹੋਣ, ਕਾਲਜਾਂ ਨੂੰ ਗ੍ਰਾਂਟ ਵਧੀਆ ਮਿਲੇ, ਯੂਨੀਵਰਸਿਟੀ ਨੂੰ ਗ੍ਰਾਂਟਾਂ ਮਿਲਣ ਜਾ ਕੇ, ਤੇ ਐਲੀਜੀਬਲ ਪ੍ਰੋਫੈਸਰ ਭਰਤੀ ਹੋਣ। ਹਾਂ, ਜੋ ਕਾਲਜਾਂ ਦੇ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਪੜ੍ਹਾਉਂਦੇ ਨੇ, ਜੋ ਮਤਲਬ 10-10 15 ਸਾਲ ਪੜ੍ਹਾਉਂਦੇ ਨੇ ਹੋ ਗਏ, ਸਰਕਾਰ ਵੱਲ ਕੋਈ ਪਾਲਿਸੀ ਲਿਆ ਕੇ ਜੋ ਐਲੀਜੀਬਲ ਪ੍ਰੋਫੈਸਰ ਨੂੰ ਕਰਦੇ ਨੇ ਪੱਕੇ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਕਰ ਸਕਦੀ ਸਰਕਾਰ। ਪਰ ਜਿਹੜੀ ਵੱਡੀ ਗਿਣਤੀ ਪੋਸਟਾਂ ਖਾਲੀ ਪਈਆਂ ਨੇ ਉਹਨੇ ਸਰਕਾਰ ਭਰਤੀ ਕਰੇ ਤਾਂ ਕਿ ਐਜੂਕੇਸ਼ਨ ਬਚ ਜੇ। ਠੀਕ ਹੈ, ਅੱਛਾ, ਮਤਲਬ ਚਲੋ ਤੁਸੀਂ ਬੜੇ ਵਧੀਆ ਵਿਸਤਾਰਪੂਰਵਕ ਤਰੀਕੇ ਦੇ ਨਾਲ ਸਾਰੀ ਗੱਲ ਕੀਤੀ ਕਿ ਅਧਿਆਪਕਾਂ ਦੀ ਜਿਹੜੀ ਅਣਗੌਲਿਆ ਪੱਖ ਹੈ, ਇਹਦੇ ਕਰਕੇ ਜਿਹੜਾ ਬੱਚਿਆਂ ਦੀ ਵਿੱਦਿਆ ਦੇ ਉੱਪਰ ਵੀ ਅਸਰ ਪੈ ਰਿਹਾ ਹੈ, ਉਹਨਾਂ ਦੀ ਐਜੂਕੇਸ਼ਨ ਦੇ ਉੱਪਰ ਵੀ ਅਸਰ ਪੈ ਰਿਹਾ ਹੈ। ਤਾਂ ਸਰਕਾਰ ਦੇ ਉੱਪਰ ਕਿੰਨਾ ਕੁ ਯਕੀਨ ਕਰਦੇ ਹੋ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਕੁਝ? ਕੋਈ ਆਸ ਹੈਗੀ ਹੈ ਸਰਕਾਰ ਦੇ ਉੱਪਰ, ਜੋ ਮੌਜੂਦਾ ਸਰਕਾਰ ਦਾ ਰਵੱਈਆ ਹੈ? ਦੇਖੋ ਜੀ, ਪਹਿਲਾਂ ਹੀ ਮੈਂ ਕਹਿ ਚੁੱਕਿਆ, ਸਰਕਾਰ ਕਹਿੰਦੀ ਸਰਕਾਰੀ ਸਰਕਾਰ ਹੈ, ਬਾਕੀ ਸਰਕਾਰ ਪੱਲੇ ਕੁਝ ਸਰਕਾਰੀ ਨਹੀਂ ਹੈਗਾ, ਸਭ ਕੁਝ ਪ੍ਰਾਈਵੇਟ ਹੈ। ਰੋਡ ਆ ਗਏ ਪੰਜਾਬ ਦੇ, ਕਾਲਜ ਆ ਗਏ, ਹਸਪਤਾਲ ਆ ਗਏ, ਸਕੂਲ ਆ ਗਏ, ਤੁਸੀਂ ਕੋਈ ਵੀ ਚੀਜ਼ ਦੇਖ ਲਓ, ਸਰਕਾਰੀ ਮਿਲੂ, ਸਭ ਪ੍ਰਾਈਵੇਟ ਨੇ। ਤੇ ਸਰਕਾਰੀ ਸਿਰਫ ਸਰਕਾਰ ਰਹੇਗੀ, ਇਹ ਸਭ ਕੁਝ ਭੋਗੀ ਪਾਤਾ। ਤੇ ਸਰਕਾਰ ਆਪਣੇ ਆਪ ਸਰਕਾਰ ਨੇ ਕੁਝ ਨਹੀਂ ਕਰਨਾ ਹੈਗਾ, ਕਿਉਂਕਿ ਸਰਕਾਰ ਦੀ ਕਮੇਟੀ ਬਣਦੀ ਹੈ ਐਜੂਕੇਸ਼ਨ ਨੂੰ ਲੈ ਕੇ, ਉਹਦੇ ਵਿੱਚ ਕਾਰਪੋਰੇਟ ਦੇ ਬੰਦੇ ਬਹਿੰਦੇ ਨੇ, ਉਹ ਡਿਸਾਈਡ ਕਰਦੇ ਨੇ ਸਭ ਚੀਜ਼ਾਂ ਜਾ ਕੇ। ਤੇ ਸਿਰਫ ਲੋਕ ਇਕੱਠੇ ਹੋ ਕੇ ਲੋਕ ਸੰਘਰਸ਼ ਵੀ ਬਚਾ ਸਕਦਾ ਹੈ। ਆਈ ਸਿਰਫ ਜੇਕਰ ਸਾਕਲਾਂ ਬਦਲੀ ਇਲੈਕਸ਼ਨ ਵਿੱਚ ਆ ਕੇ ਇੱਕ ਅਕਾਲੀ ਦਲ ਦੀ ਕਾਂਗਰਸ ਆ ਜਾ ਆਪ ਆ ਜੇ, ਸਾਡੇ ਚੀਜ਼ ਨਹੀਂ ਬਦਲਣਾ। ਨੀਤ ਤੇ ਨੀਤੀ ਸੇਮ ਇਹਨਾਂ ਦੀ, ਪ੍ਰਾਈਵੇਟ ਜੋ ਸਰਕਾਰਾਂ ਪ੍ਰਾਈਵੇਟ ਪੱਖ 'ਚ ਨਹੀਂ, ਸੋ ਸਾਡੀ ਬੇਸਿਕ ਸਹੂਲਤ ਨੇ ਐਜੂਕੇਸ਼ਨ ਤੇ ਹੈਲਥ। ਜੇ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਅਸੀਂ ਹੈਲਥ ਐਜੂਕੇਸ਼ਨ ਪ੍ਰਾਈਵੇਟ ਕਰਾਂਗੇ, ਪ੍ਰਾਈਵੇਟ ਹੱਥਾਂ ਦੇਵਾਂਗੇ, ਉਹ ਸਰਕਾਰ ਕਦੇ ਵੀ ਲੋਕ ਪੱਖੀ ਨਾ ਹੋ ਸਕਦੀ ਹੈਗੀ। ਸਰਕਾਰ ਉਹੀ ਲੋਕ ਪੱਖੀ ਹੋਊਗੀ ਜਿਹੜੀ ਇਹ ਗੱਲ ਕਹੂਗੀ ਜਾ ਕੇ ਵੀ ਅਸੀਂ ਐਜੂਕੇਸ਼ਨ ਤੇ ਹੈਲਥ ਸਰਕਾਰ ਆਪ ਪ੍ਰਬੰਧ ਕਰੂਗੀ, ਲੋਕਾਂ ਨੂੰ ਆਪ ਪ੍ਰੋਵਾਈਡ ਕਰੂਗੀ ਜਾ ਕੇ ਜੀ। ਚਲੋ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਮਤਲਬ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੇ ਸਾਡੇ ਜਿਹੜੇ ਦਰਸ਼ਕ ਨੇ, ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਉਹਨਾਂ ਸਾਰਿਆਂ ਨੂੰ ਜਿਹੜੀ ਪੰਜਾਬ ਦੇ ਵਿੱਚ ਇਸ ਟਾਈਮ ਉਚੇਰੀ ਵਿੱਦਿਆ ਦੀ ਜਿਹੜੀ ਸਥਿਤੀ ਹੈ ਅਧਿਆਪਕ ਵਰਗ ਤੋਂ ਜਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਪੱਖ ਤੋਂ, ਸਾਰਿਆਂ ਨੂੰ ਤੁਸੀਂ ਚਾਨਣਾ ਪਾਇਆ। ਤਾਂ ਇਹਦੇ ਨਾਲ ਹੀ ਅਸੀਂ ਆਪਣੇ ਪ੍ਰੋਗਰਾਮ ਦੇ ਰਾਹੀਂ ਇੱਕ ਸਰਕਾਰਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਕਮ ਸੇ ਕਮ ਉਹ ਆਪਣੀ ਜਿਹੜੀ ਹੈ ਨੀਅਤ ਤੇ ਨੀਤੀ ਜਿਹੜੀ ਹੈ ਸੇਮ ਕਰਨ। ਇਹਦੇ ਨਾਲ ਹੀ ਜਿਹੜਾ ਵੈ ਆਪਾਂ ਦੇਖੀਏ ਕਿ ਜਿਹੜਾ ਨੌਜਵਾਨ ਵਰਗ ਹੈ ਉਹਦਾ ਭਲਾ ਹੋ ਸਕਦਾ ਵੈ, ਕਿਉਂਕਿ ਜਿੱਥੇ ਉਹ ਸਰਕਾਰਾਂ ਦੀਆਂ ਜਦੋਂ 45 ਦੀ ਜਗ੍ਹਾ 55 ਕਹਿਣ ਵਾਲੇ ਸਾਡੇ ਕੋਲ ਸਿੱਖਿਆ ਮੰਤਰੀ ਹੋਣਗੇ ਤਾਂ ਅਸੀਂ ਉਹਨਾਂ ਦੇ ਅੱਗੇ ਫਿਰ ਵੀ, ਕਿਉਂਕਿ ਸਾਡੇ ਕੋਲ ਕੋਈ ਚਾਰਾ ਨਹੀਂ ਹੈ, ਅਸੀਂ ਉਹਨਾਂ ਨੂੰ ਇੱਕ ਗੁਜ਼ਾਰਿਸ਼ ਹੀ ਕਰ ਸਕਦੇ ਹਾਂ, ਰਿਕੁਐਸਟ ਹੀ ਕਰ ਸਕਦੇ ਹਾਂ ਕਿ ਭਾਈ ਤੁਸੀਂ ਆਪਣੀ ਜਿਹੜੀ ਆ ਨੀਤ ਤੇ ਨੀਤੀ ਸੇਮ ਰੱਖ ਲਵੋ। ਇਸ ਤੋਂ ਇਲਾਵਾ ਅਸੀਂ ਆਪਣੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਉਹਨਾਂ ਪ੍ਰੋਫੈਸਰਾਂ ਨੂੰ ਵੀ ਬੇਨਤੀ ਕਰਨੀ ਚਾਹਾਂਗੇ ਕਿ ਜਿਨ੍ਹਾਂ ਦੀ ਆਪ ਸਗੋਂ ਡਿਊਟੀ ਬਣਦੀ ਸੀ, ਜੇ ਅਸੀਂ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਰਿਸਟੋਟਲ ਦੀ ਗੱਲ ਕੀਤੀ ਸੀ, ਅਰਿਸਟੋਟਲ ਆਪ ਮਰਨਾ ਚਾਹੁੰਦਾ ਵਾ ਆਪਣੇ ਸਟੂਡੈਂਟ ਨੂੰ ਬਚਾਉਣ ਵਾਸਤੇ, ਕਿ ਜੇ ਸਾਡੇ ਅਧਿਆਪਕ ਜਿਹੜੇ ਪ੍ਰੋਫੈਸਰ ਨੇ, ਖਾਸ ਕਰਕੇ ਰਿਟਾਇਰਡ ਪ੍ਰੋਫੈਸਰ ਨੇ, ਜੇ ਉਹ ਅਜੇ ਵੀ ਬੱਚਿਆਂ ਦਾ ਵੈਲਫੇਅਰ ਚਾਹੁੰਦੇ ਨੇ, ਬੱਚਿਆਂ ਦਾ ਰੁਜ਼ਗਾਰ ਚਾਹੁੰਦੇ ਨੇ, ਤਾਂ ਜਿਹੜੀਆਂ ਐਕਸਟੈਂਸ਼ਨ ਵਾਲਾ ਜਿਹੜਾ ਮੋਹ ਹੈ ਉਹਨੂੰ ਛੱਡ ਦੇਣ, ਕਿਉਂਕਿ ਸਾਰੀ ਉਮਰ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਮਤਲਬ ਲੈ ਲਿੱਤਾ ਵਾ। ਤਾਂ ਇਹ ਹੁਣ ਉਹਨਾਂ ਦੇ ਉੱਪਰ, ਉਹਨਾਂ ਦਾ ਹੁਣ ਜ਼ਮੀਰ ਦੇਖਣਾ ਪਏਗਾ ਕਿ ਉਹਨਾਂ ਦਾ, ਜਿਨ੍ਹਾਂ ਦਾ ਜਾਗਦਾ ਜ਼ਮੀਰ ਹੈ ਉਹ ਤਾਂ ਇਹ ਫੈਸਲਾ ਲੈ ਕੇ ਪਹਿਲਾਂ ਹੀ ਬਾਹਰ ਬੈਠ ਜਾਂਦੇ ਨੇ। ਜਿਹੜੇ ਹਜੇ ਵੀ ਮਰੇ ਜ਼ਮੀਰਾਂ ਵਾਲੇ ਮਤਲਬ ਅਧਿਆਪਕ ਨੇ, ਜਿਹੜੇ ਨੌਕਰੀਆਂ ਕਰਦੇ ਪਏ ਨੇ ਐਕਸਟੈਂਸ਼ਨਾਂ ਦੇ ਉੱਪਰ, ਉਹਨਾਂ ਨੂੰ ਵੀ ਇੱਕ ਵਾਰੀ ਸੋਚਣਾ ਵਿਚਾਰਨਾ ਚਾਹੀਦਾ ਹੈ ਕਿ ਆਖਰ ਅਸੀਂ ਜਿਸ ਮਤਲਬ ਕੁਰਸੀ ਦੇ ਉੱਪਰ ਬੈਠੇ ਹਾਂ ਉਹਦੀ ਜਿਹੜੀ ਗਰਿਮਾ ਹੈ ਉਹਨੂੰ ਅਸੀਂ ਬਹਾਲ ਰੱਖੀਏ। ਤਾਂ ਦੋਸਤੋ, ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਖਾਸ ਮੁੱਦੇ ਦੇ ਉੱਪਰ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗਾ। ਉਸ ਵੇਲੇ ਤੱਕ ਮੈਨੂੰ ਦਿਓ ਇਜਾਜ਼ਤ।